ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਵਿਸ਼ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਧੰਨ ਸਾਹਿਬੇ ਕਮਾਲ ਵਾਲੀਏ ਕੁਲ ਆਲਮ ਰਹਿਬਰ ਏ ਕਾਇਨਾਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਸੁੰਦਰ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਰਾਮਕਲੀ ਰਾਗ ਦੇ ਅੰਦਰ ਜੋ ਸੱਤ ਬਾਣੀ ਹੈ ਉਹਦੀ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ। ਸੱਤਵਾਂ ਦਿਨ ਹੈ ਜੀ ਅੱਜ। ਚਾਰ ਪਦਿਆਂ ਦੀ ਆਪਾਂ ਨੇ ਵਿਚਾਰ ਕਰ ਲਈ ਹੈ। ਅੱਜ ਗੁਰੂ ਮਾਲਕ ਜੀ ਦੀ ਕਿਰਪਾ ਦੇ ਸਦਕਾ ਪੰਜਵੇਂ ਪਦੇ ਦੀ ਆਪਾਂ ਨੇ ਵਿਆਖਿਆ ਆਰੰਭ ਕਰਨੀ ਹੈ ਜੀ। ਅੱਜ ਦਾ ਜੋ ਦੀਵਾਨ ਹੈ ਜੀ, ਜੋ ਵਿਸ਼ਾ ਉਹ ਸਾਡੇ ਜੀਵਨ ਦੇ ਨਾਲ ਜੁੜਿਆ ਹੋਇਆ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਆ, ਤੇ ਜਿਹਨੂੰ ਸ਼ਾਇਦ ਅਸੀਂ ਜਾਣਨ ਦੇ ਬਾਵਜੂਦ ਵੀ ਉਹਨੂੰ ਅਣਗੌਲਿਆ ਕਰ ਰਹੇ ਹਾਂ ਜੀ। ਸਮਝਣਾ ਨਹੀਂ ਚਾਹੁੰਦੇ, ਜੀਵਨ 'ਚ ਲਾਗੂ ਨਹੀਂ ਕਰਨਾ ਚਾਹੁੰਦੇ, ਕਿਉਂਕਿ ਕੋਈ ਵਿਰਲੇ ਸਰੀਰ ਨੇ ਜੀ ਕਰੋੜਾਂ ਦੇ ਵਿੱਚੋਂ ਜਿਹੜੇ ਗੁਰਮਤਿ ਦੀ ਰਹਿਣੀ ਦੇ ਉੱਤੇ ਚੱਲਦੇ ਆ। ਨਹੀਂ ਤਾਂ ਜ਼ਿਆਦਾਤਰ ਜੋ ਸਮਾਜ ਵਿੱਚ ਚੱਲ ਰਿਹਾ ਹੈ, ਅਸੀਂ ਅੱਖਾਂ ਬੰਦ ਕਰਕੇ ਉਹੀ ਰੀਤਾਂ ਨੂੰ, ਉਹੀ ਰਸਮਾਂ ਨੂੰ ਅਪਣਾ ਰਹੇ ਹਾਂ। ਗੁਰਮਤਿ ਕੀ ਕਹਿ ਰਹੀ ਹੈ, ਗੁਰੂ ਕੀ ਕਹਿ ਰਿਹਾ ਹੈ, ਇਹਨਾਂ ਗੱਲਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਗੱਲ ਕਰਦੇ ਹੋਏ ਬਾਬਾ ਸੁੰਦਰ ਜੀ ਨੇ ਬਾ ਕਮਾਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਅਖੀਰਲੇ ਸਮੇਂ ਦੇ ਵਿੱਚ ਬਾਬਾ ਅਮਰਦਾਸ ਜੀ ਕੀ ਆਪਣੇ ਧੀਆਂ ਪੁੱਤਰਾਂ ਨੂੰ ਕਹਿੰਦੇ ਆ ਕਿ ਮੇਰੇ ਜਾਣ ਤੋਂ ਬਾਅਦ ਭਾਈ ਤੁਸੀਂ ਕੀ ਕੁਝ ਕਰਨਾ ਹੈ ਅਤੇ ਕੀ ਕੁਝ ਨਹੀਂ ਕਰਨਾ। ਕੱਲ੍ਹ ਆਪਾਂ ਨੇ ਗੱਲ ਕੀਤੀ ਕਿ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ। ਤੁਸੀਂ ਬੈਠ ਕੇ ਇਹ ਨਿਰਣਾ ਕਰਨਾ ਕਿ ਮੈਂ ਜੀਵਨ ਦੀ ਬਾਜੀ ਜਿੱਤ ਕੇ ਚੱਲਿਆ, ਹਾਰ ਕੇ ਨਹੀਂ ਚੱਲਿਆ। ਰੋਵੋ ਉਹਨਾਂ ਨੂੰ ਜਿਹੜੇ ਆਪਣੇ ਜੀਵਨ ਦੀ ਬਾਜੀ ਹਾਰ ਕੇ ਚੱਲੇ ਹੋਵੋ। ਅਤੇ ਸਤਿਗੁਰ ਨੇ ਪ੍ਰਤੱਖ ਹੁੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੱਦੀ ਦਿੱਤੀ ਅਤੇ ਸਾਰੀ ਸੰਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ। ਬਾਬਾ ਸੁੰਦਰ ਜੀ ਪੰਜਵੇਂ ਪਦੇ ਦੀ ਆਰੰਭਤਾ ਦੇ ਵਿੱਚ ਕਹਿੰਦੇ ਆ ਕਿ ਭਾਈ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਭਾਈ ਕਿਹੜੇ ਪੰਡਤ ਨੂੰ ਸੱਦਣਾ ਹੈ ਅਤੇ ਕਿਹਦੀ ਕਥਾ ਕਰਨੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅਖੀਰ ਦੇ ਸਮੇਂ ਵਿੱਚ ਜਾਣ ਲੱਗੇ ਸਾਨੂੰ ਇਹ ਦੱਸਿਆ ਆ। ਅੱਜ ਉਹਦੀ ਆਪਾਂ ਨੇ ਗੱਲ ਕਰਨੀ ਆ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਦੋਵੇਂ ਹੱਥ ਜੋੜ ਫਤਿਹ ਬੁਲਾ ਦਈਏ ਜੀ। ਪਿਆਰ ਅਤੇ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਸਿੱਖ ਰਹਿਤ ਮਰਿਆਦਾ ਹੈ ਜੀ।
ਜਿਹੜੀ ਕਿ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਹੈ। ਜਿੰਨੇ ਵੀ ਧਰਮ ਦੇ ਕਾਰਜ ਸਿੱਖ ਨੇ ਕਰਨੇ ਆ ਨਾ ਜੀ, ਉਹ ਇਹਦੇ ਮੁਤਾਬਿਕ ਕਰਨੇ ਚਾਹੀਦੇ ਆ। ਸਾਨੂੰ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਹੋਈ ਗਿਆ। ਪਰ ਸੱਚਾਈ ਸੰਗਤ ਜੀ ਇਹ ਹੈ ਕਿ ਰਹਿਤ ਮਰਿਆਦਾ ਨੂੰ ਅਸੀਂ ਉਸ ਵੱਡੇ ਪੱਧਰ 'ਤੇ ਲਾਗੂ ਨਹੀਂ ਕਰਵਾ ਸਕੇ ਗੁਰਦੁਆਰਿਆਂ ਵਿੱਚ ਜਾਂ ਆਪਣੇ ਜੀਵਨ ਦੇ ਵਿੱਚ, ਜਿਸ ਪੱਧਰ ਦੇ ਵਿੱਚ ਇਹ ਕਰਨੀ ਚਾਹੀਦੀ ਸੀਗੀ। ਹੁਣ ਬਹੁਤ ਦੁਨੀਆ ਐਸੀ ਹੈ ਜੀ, ਸਿਰਫ ਇਸ ਮਰਿਆਦਾ ਦੇ 32 ਪੇਜ ਨੇ, ਕੋਈ ਬਹੁਤੀ ਵੱਡੀ ਕਾਪੀ ਨਹੀਂ ਹੈ, ਕੋਈ 100-150 ਪੇਜਾਂ ਦੀ ਕਾਪੀ ਹੋਵੇ ਜੀ। ਇਹ ਸਿਰਫ 32 ਪੇਜਾਂ ਦੀ ਕਾਪੀ ਹੈ ਅਤੇ 32 ਪੇਜਾਂ ਦੇ ਵਿੱਚੋਂ ਸਾਨੂੰ ਸਾਡੀ ਜ਼ਿੰਦਗੀ ਕਿੱਦਾਂ ਜੀਣੀ ਹੈ, ਕਿੱਦਾਂ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ, ਕਿਵੇਂ ਅਸੀਂ ਕਰਮ ਕਾਂਡਾਂ ਤੋਂ ਬਚਣਾ ਆ, ਅਤੇ ਕਿਹੜੇ ਕਿਹੜੇ ਕੰਮ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਰਹਿ ਕੇ ਕਰਨੇ ਆ, ਉਹ ਸਭ ਕੁਝ ਦੱਸਿਆ ਹੋਇਆ ਇਸ ਮਰਿਆਦਾ ਦੇ ਵਿੱਚ। ਇੱਕ ਵੀ ਗੱਲ ਜਿਹੜੀ ਆਪਾਂ ਅੱਜ ਕਰਨੀ ਹੈ ਸੰਗਤ ਜੀ, ਮਰਿਆਦਾ ਦੇ ਇੱਕ ਇੱਕ ਲਫ਼ਜ਼ ਨੂੰ ਪੜ੍ਹ ਕੇ ਕਰਨੀ ਹੈ। ਫਿਰ ਆਪਾਂ ਨੇ ਬੈਠ ਕੇ ਨਿਰਣਾ ਕਰਨਾ ਹੈ ਕਿ ਸਾਡੀ ਰਹਿਤ ਮਰਿਆਦਾ ਸਾਨੂੰ ਕੀ ਕਹਿ ਰਹੀ ਹੈ ਅਤੇ ਅਸੀਂ ਕੀ ਕਰ ਰਹੇ ਹਾਂ। ਦੋ ਤਰ੍ਹਾਂ ਦੀਆਂ ਰਹਿਣੀ ਹੈ ਜੀ ਰਹਿਤ ਮਰਿਆਦਾ ਵਿੱਚ ਸਿੱਖ ਦੀਆਂ, ਇੱਕ ਸ਼ਖਸੀ ਰਹਿਣੀ ਹੈ, ਇੱਕ ਪੰਥਕ ਰਹਿਣੀ ਹੈ। ਮੈਂ ਜ਼ਿਆਦਾ ਨਹੀਂ ਖੋਲਾਂਗਾ, ਮੈਂ ਆਪਣੇ ਵਿਸ਼ੇ ਵੱਲ ਆਵਾਂਗਾ। ਸ਼ਖਸੀ ਰਹਿਣੀ ਦਾ ਅਰਥ ਹੁੰਦਾ ਹੈ ਮੇਰੀ ਆਪਣੀ ਪਰਸਨਲੀ ਰਹਿਣੀ, ਮੇਰੇ ਨਿੱਜੀ ਦਾ ਕੰਮ ਕੀ ਹੈ। ਪੰਥਕ ਦਾ ਰਹਿਣੀ ਦਾ ਹੁੰਦਾ ਕਿ ਜਦੋਂ ਅਸੀਂ ਇਕੱਠੇ ਹੋ ਕੇ ਬਹਿਣਾ ਪੰਥ ਨੇ, ਅਤੇ ਉਦੋਂ ਕਿਹੜੇ ਕਿਹੜੇ ਕਾਰਜ ਕਰਨੇ ਆ। ਰਹਿਤ ਮਰਿਆਦਾ ਦੇ ਮੁਤਾਬਿਕ ਸਾਡੇ 4 ਸੰਸਕਾਰ ਹੈ ਜੀ, ਜੋ ਅਸੀਂ ਆਪਣੇ ਜੀਵਨ ਦੇ ਵਿੱਚ ਹੰਢਾਉਂਦੇ ਆ। ਪਹਿਲਾ ਜਿਹੜਾ ਸਾਡਾ ਸੰਸਕਾਰ ਹੈ ਜਨਮ ਅਤੇ ਨਾਮ ਸੰਸਕਾਰ। ਦੂਜਾ ਜਿਹੜਾ ਸਾਡਾ ਸੰਸਕਾਰ ਹੈ ਜੀ ਉਹ ਆਨੰਦ ਸੰਸਕਾਰ ਹੈ ਜੀ। ਅਤੇ ਤੀਜਾ ਜਿਹੜਾ ਸਾਡਾ ਸੰਸਕਾਰ ਆ ਉਹ ਮ੍ਰਿਤਕ ਸੰਸਕਾਰ ਹੈ ਜੀ। ਅਤੇ ਚੌਥਾ ਜਿਹੜਾ ਸਾਡਾ ਸੰਸਕਾਰ ਹੈ ਉਹ ਅੰਮ੍ਰਿਤ ਸੰਸਕਾਰ ਹੈ। ਹੁਣ 3 ਜਿਹੜੇ ਸੰਸਕਾਰ ਨੇ ਜੀ, ਫਿਰ ਮੇਰੀ ਗੱਲ ਧਿਆਨ ਦਿਓ ਜੀ, ਜਿਹੜੇ 3 ਸੰਸਕਾਰ ਨੇ, ਜਨਮ ਅਤੇ ਨਾਮ ਸੰਸਕਾਰ, ਦੂਜਾ ਆਨੰਦ ਸੰਸਕਾਰ, ਤੀਜਾ ਮ੍ਰਿਤਕ ਸੰਸਕਾਰ, ਇਹ ਸਾਡੀ ਸ਼ਖਸੀ ਰਹਿਣੀ ਵਿੱਚ ਆਉਂਦੇ ਆ ਜੀ। ਅਤੇ ਜਿਹੜੇ ਅੰਮ੍ਰਿਤ ਸੰਸਕਾਰ ਹੈ ਜੀ ਇਹ ਸਾਡਾ ਪੰਥਕ ਰਹਿਣੀ ਵਿੱਚ ਆਉਂਦਾ ਆ। ਹੁਣ ਗੁਰੂ ਮਾਲਕ ਜੀ ਨੇ ਅਖੀਰ ਦੇ ਸਮੇਂ ਵਿੱਚ ਕੀ ਕਰਨਾ ਆ, ਉਹ ਪੂਰਾ ਬਾਬਾ ਸੁੰਦਰ ਜੀ ਨੇ ਪਤਾ ਜਿਹੜਾ ਆ ਉਹ ਸਾਡੀ ਝੋਲੀ ਵਿੱਚ ਪਾਇਆ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਤੇ ਉਹ ਤੋਂ ਪਹਿਲਾਂ ਸਾਨੂੰ ਰਹਿਤ ਮਰਿਆਦਾ ਕੀ ਕਹਿੰਦੀ ਆ, ਆਪਾਂ ਇਹ ਵੀ ਬੜਾ ਦੇਖਣਾ ਜ਼ਰੂਰੀ ਸੀਗਾ। ਫਿਰ ਦੋਨਾਂ ਨੂੰ ਮਿਲਾ ਕੇ ਆਪਾਂ ਨੇ ਤੁਰਨਾ ਆ ਕਿ ਗੁਰੂ ਮਾਲਕ ਜੀ ਨੇ ਜੋ ਸਾਡੀ ਝੋਲੀ ਵਿੱਚ ਪਾਇਆ ਸੀਗਾ, ਪੰਥ ਨੇ ਉਸ ਸਾਰੀ ਚੀਜ਼ ਨੂੰ ਸਾਡੀ ਮਰਿਆਦਾ ਦੇ ਵਿੱਚ ਇੱਕ ਬੰਨ੍ਹ ਕੇ ਰੱਖ ਦਿੱਤਾ। ਪਰ ਮਾਫ਼ ਕਰਿਓ, ਸਿੱਖ ਨੂੰ ਮਾਲਕ ਨੇ ਜਿਹੜੀ ਮਰਿਆਦਾ ਦਿੱਤੀ, ਸਿੱਖ ਆਪਣੀ ਮਰਿਆਦਾ ਕੋਲੋਂ ਬਹੁਤ ਦੂਰ ਭੱਜ ਗਿਆ ਆ। ਹੁਣ 2 ਸੰਸਕਾਰ ਐਸੇ ਆ ਜੀ ਜਿਹਦੇ ਵਿੱਚ ਅਸੀਂ ਸ਼ਾਮਲ ਨਹੀਂ ਹੁੰਦੇ ਜੀ, ਧਿਆਨ ਦਿਓ। ਜਿੱਦਣ ਜਨਮ ਅਤੇ ਨਾਮ ਸੰਸਕਾਰ ਹੁੰਦਾ ਉਦਣ ਵੀ ਉਹ ਸਾਡੀ ਮਰਜ਼ੀ ਨਾਲ ਨਹੀਂ ਹੁੰਦਾ। ਕਿਉਂ ਜੀ? ਕਿਉਂਕਿ ਜਨਮ ਦੇ ਵੇਲੇ ਮੈਂ ਬੜਾ ਛੋਟਾ ਹੁੰਦਾ, ਮੈਂ ਕੋਈ ਸਲਾਹ ਮਸ਼ਵਰਾ ਨਹੀਂ ਦੇ ਸਕਦਾ ਕਿ ਭਾਈ ਮੇਰਾ ਜਨਮ ਦੇ ਵੇਲੇ ਆਹ ਕੰਮ ਤੁਸੀਂ ਕਰਨੇ ਆ ਜਾਂ ਆਹ ਨਹੀਂ ਕਰਨੇ, ਆਹ ਨਾਮ ਮੇਰਾ ਰੱਖਣਾ ਜੀ, ਆਹ ਨਹੀਂ ਰੱਖਣਾ, ਮੇਰੇ ਨਾਮ ਰੱਖਣ ਦੀ ਵਿਧੀ ਇੱਦਾਂ ਦੀ ਹੋਣੀ ਚਾਹੀਦੀ ਹੈ। ਉਹ ਕਿ ਮੈਂ ਬੜਾ ਛੋਟਾ ਆ, ਮੈਂ ਕੋਈ ਸਲਾਹ ਮਸ਼ਵਰਾ ਦੇ ਨਹੀਂ ਸਕਦਾ। ਮਰਨ ਤੋਂ ਬਾਅਦ ਜੋ ਬੰਦਾ ਦੁਨੀਆ 'ਚ ਨਹੀਂ ਰਿਹਾ ਅਤੇ ਮਰਨ ਤੋਂ ਬਾਅਦ ਵੀ ਨਹੀਂ ਉਹ ਕੁਛ ਕਹਿ ਸਕਦਾ ਕਿ ਭਾਈ ਤੁਸੀਂ ਆਹ ਕੰਮ ਇੱਦਾਂ ਨਹੀਂ ਇੱਦਾਂ ਕਰਿਓ, ਉਹ ਕਿ ਬੰਦਾ ਹੀ ਨਹੀਂ ਹਾਜ਼ਰ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਸਾਡੇ ਪਰਿਵਾਰ ਨੂੰ ਰਹਿਤ ਮਰਿਆਦਾ ਦੀ ਨੌਲੇਜ ਚਾਹੀਦੀ ਹੈ, ਪੂਰੀ ਜਾਣਕਾਰੀ ਚਾਹੀਦੀ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੋਵੇ, ਉਹਦਾ ਜਨਮ ਅਤੇ ਨਾਮ ਸੰਸਕਾਰ ਵੀ ਰਹਿਤ ਮਰਿਆਦਾ ਦੇ ਮੁਤਾਬਿਕ ਹੋਵੇ। ਅਤੇ ਜਦੋਂ ਬੰਦਾ ਚੜ੍ਹਾਈ ਕਰ ਜਾਵੇ, ਪਰਿਵਾਰ ਨੂੰ ਪੂਰੀ ਨੌਲੇਜ ਚਾਹੀਦੀ ਹੈ। ਅਤੇ ਉਹਦੇ ਜਾਣ ਤੋਂ ਬਾਅਦ ਜਿਹੜਾ ਮ੍ਰਿਤਕ ਸੰਸਕਾਰ ਹੈ ਉਹ ਵੀ ਪੂਰਾ ਪੜ੍ਹਿਆ ਹੋਣਾ ਚਾਹੀਦਾ ਸਿੱਖ, ਤਾਂ ਕਿ ਪੂਰੀ ਰਹਿਤ ਵੈਤ ਦੇ ਮੁਤਾਬਿਕ, ਪੂਰੀ ਰਹਿਤ ਮਰਿਆਦਾ ਦੇ ਮੁਤਾਬਿਕ ਅਸੀਂ ਬੰਦੇ ਦਾ ਮ੍ਰਿਤਕ ਸੰਸਕਾਰ ਦੀ ਜਿਹੜੀ ਕਿਰਿਆ ਉਹ ਨਿਭਾ ਸਕੀਏ। ਪਿਛਲੇ ਹੀ ਸਾਲ ਥੋੜ੍ਹੇ ਕੁ ਸਮੇਂ ਪਹਿਲਾਂ ਆਪ ਜੀ ਨੂੰ ਯਾਦ ਹੋਵੇ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਡੈਥ ਹੋਈ ਹੈ ਜੀ। ਅਤੇ ਉਹ ਲਿਖ ਕੇ ਗਏ ਸੀਗੇ ਸਾਰਾ ਕੁਝ ਕਿ ਮੇਰੇ ਮਰਨ ਤੋਂ ਬਾਅਦ ਕੀ ਕੁਛ ਕਰਨਾ ਅਤੇ ਕੀ ਕੁਝ ਨਹੀਂ ਕਰਨਾ। ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਵੀ ਜੀਅ ਰੋਇਆ ਨਹੀਂ ਸੀਗਾ ਜੀ।
क्योंकि पता सी साडे पिता जी प्रिंसीपल साहब ने, तो प्रिंसीपल साहब ने जिहड़ी बाकमाल तरीके दे नाल लोकां नूं रहत मर्यादा समझाई है, वो कहने मैं कल्ला समझाउणी नहीं है, मैं दुनिया नूं दसना ये भी चाहुंदा आ कि कल्ला मैं समझा के नहीं चलिया, मैं अपने उपर लागू भी करके चलिया। पिछों उन्हां दे बेटे ने, उन्हां दी पत्नी ने जो जो काम सारे रहत मर्यादा के मुताबिक किए आ, एक भी काम उन्होंने रहत मर्यादा तो बाहर जाके नहीं किया। जो जो रहत मर्यादा कहती है प्रिंसीपल साहब का मृतक संस्कार उन्होंने उस तरह निभाया है। हुण मैं आप जी नाले पंक्तियां साझीਆਂ करांगा जी। होना तो ये चाहिए सीगा कि आपां दे हत्थ विच भी एक एक कापी हुंदी ताकि सानू पढ़न विच भी सौखा हुंदा, मैनूं तुहानूं समझण विच भी सौखा हुंदा। फिर भी चलो आप कोशिश करते हैं एक क्लास के रूप के अंदर अज का साडा ये दीवान होएगा कि मृतक संस्कार की है। संगत जी मैनूं पता कि असी पढ़ते नहीं हाँ जी, साडे च पढ़न की रुचि घट है। अज गुरु मालिक की किरपा दे सदका सानू साडे मृतक संस्कार की सोझी हो जानी है। कोशिश ये करियो कि मरना सब ने है, पर जरूर अपने परिवार नूं ये गल कह के जाओ कि जदों भाई मैं मर जावां तो मेरा जिहड़ा मृतक संस्कार है वो रहत मर्यादा के मुताबिक होवे, रहत मर्यादा तो बगैर ना होवे। की लिखिया जी पहले पॉइंट दे विच, तीजा नंबर संस्कार मृतक संस्कार ऊड़ा। प्राणी नूं मरन वेले जे मंजे ते होवे तां हेठ नहीं उतारना। पहला पॉइंट सुन लो ध्यान नाल जी। हुण जदों घर दे विच बच्चा कोई बंदा औरत कोई बीबी मर जाती है, असीं सब तो पहला काम की करते हैं जी, उहनूं जे बैड ते पई गया जे मंजे ते पई गया तो असीं उहनूं हेठा उतार दिंदे आ। उहनूं मंजे ते नहीं असीं रखदे जी, हेठा उतार दिंदे आ। बहुत बड़ा कर्मकांड है। रहत मर्यादा कहती है कि जे प्राणी बैड ते अपने सवास पूरे कर गया, मंजे ते अपने सवास पूरे कर गया, तो वहम ना करो, वहम ना करो कि जे मंजे ते रखांगे पता नहीं की हो जाएगा, बैड ते रखांगे पता नहीं की हो जाएगा। उन्होंने हेठा ना तारो। जे मंजे ते पिया तो मंजे ते पिया रहन दिओ, जे बैड ते पिया तो बैड ते पिया रहन दिओ। नहीं तो असीं ये देखते हैं कई बार किसी बंदे की रात नूं मौत हो जाए 9 बजे 10 बजे, बैड ते पे ते मंजे ते पे ते असीं फिर की करते हैं उस समय उन्होंने बैड तो हेठा उतार के धरती ते पा दिंदे आ। सिर्फ ये एक डर आ साडे अंदर, शायद जे बैड ते ये पिया रहा कल ये बैड मैं वरतना आ, पता नहीं बैड विच इहदी आत्मा ना आ जाए, जां बैड कोई ये मैला ना हो जाए, जां बैड तो मैनूं डर ना लगे। ऐसे बेअंत डरां दे कारण असी उस प्राणी नूं बैड तो हेठा उतार दिंदे आ, उन्होंने धरती ते रख दिंदे आ। पहला पॉइंट की है जी कि जे प्राणी मर जावे रात नूं जां रात उहदी कटौणी पै जावे, जे वो बैड ते पिया ते उहनूं बैड ते पिया रहन दिओ, जे मंजे ते पिया ते उहनूं मंजे ते पिया रहन दिओ, उहनूं जमीन ते नहीं उतारना। तिस रहत मर्यादा कहनी है ऐसे वहम ऐसे भरम तो दूर रहना है। उन्हें देखना जी आप लागू हुंदा कि नहीं हुंदा, क्योंकि असीं बहुत थावां ते देखते हैं कि फटाफट असीं नीचे उतारन की कोशिश करते हैं। मैं भी बेनती कर देवां जी, सारी मर्यादा पढ़नी आपां ने। जदों बंदा मर गया पिछे जिन्ने भी काम होने हैं जी, उन्हां कंमां दा बंदे दी आत्मा नाल कोई संबंध नहीं है। ध्यान दिओ जी, जदों बंदा मर गया जिन्ने उहदे असीं निमित काम करने आ, पाठ करना है जां असीं होर कुछ करना है, जो भी काम करने आ, जो जो असीं करदे आ सानूं करने नहीं चाहिए वो भी असीं करदे आ, जो जो असीं कर रहे हैं नोट करियो जी, उस नाल ना उहदी कोई मुक्ति का संबंध है ते ना उहदी कोई आत्मा का संबंध है। मुक्ति सानू साडे कर्मां ने दिवाउणी आ, माफ़ करो मुक्ति सानू साडे कीते होए इन्हां कर्मां ने जां इन्हां कम्मां ने नहीं दिवाउणी। पहला पॉइंट की है जी कि जे प्राणी मर जावे रात नूं ते वहम नहीं करना, मंजे ते पिया ते उहनूं मंजे ते पिया रहन दिओ, बैड ते पिया ते बैड ते पिया रहन दो, उहनूं जमीन ते नहीं लटाउणा, उहनूं हेठा नहीं उतारना। रहत मर्यादा साडी ये कहंदी है जी। अगली गल, दीवा बत्ती
ਗਊ ਮਨਸਾਉਣਾ ਜਾਂ ਹੋਰ ਕੋਈ ਮਨ ਮਤ ਸੰਸਕਾਰ ਨਹੀਂ ਕਰਨਾ। ਹੁਣ ਇਹ 'ਚ ਦੋ ਗੱਲਾਂ ਆ ਗਈਆਂ, ਧਿਆਨ ਦਿਓ ਜੀ। ਦੀਵਾ ਬੱਤੀ ਕਰਨਾ ਜੀ, ਪ੍ਰਾਣੀ ਦੇ ਜਦੋਂ ਡੈਥ ਹੁੰਦੀ ਹੈ ਨਾ ਉਹਦੇ ਕੋਲ ਦੀਵਾ ਬਾਲ ਦਿੰਦੇ ਆ ਜੀ। ਦੂਜੇ ਧਰਮ ਵਾਲੇ, ਹਿੰਦੂ ਧਰਮ ਵਾਲੇ ਬਾਲਦੇ ਆ, ਅਸੀਂ ਵੀ ਬਾਲਣ ਲੱਗ ਗਏ ਜੀ, ਨੇੜੇ ਦੀਵਾ ਬਾਲ ਲੈਂਦੇ ਆ। ਹੁਣ ਦੀਵਾ ਬਾਲਣ ਦਾ ਮਤਲਬ ਪਤਾ ਕੀ ਹੈ ਜੀ? ਦੀਵਾ ਬਾਲਣ ਦਾ ਮਤਲਬ ਇਹ ਹੈ ਕਿ ਹੁਣ ਜਿਹੜੀ ਇਹਨੇ ਅਗਲੀ ਯਾਤਰਾ ਕਰਨੀ ਹੈ, ਇੱਕ ਸੰਸਾਰ ਦੀ ਯਾਤਰਾ ਹੈ, ਇੱਕ ਅਗਲੀ ਯਾਤਰਾ ਹੈ ਜਿਹੜੀ ਇਹਦੀ ਆਤਮਾ ਨੇ ਕਰਨੀ। ਉੱਥੇ ਬੜਾ ਹਨੇਰਾ ਹੋਏਗਾ ਤੇ ਹਨੇਰੇ ਵਿੱਚ ਆ ਜਿਹੜਾ ਦੀਵਾ ਇਹਦੇ ਕੋਲ ਬਾਲਿਆ ਆ, ਇਹ ਦੀਵਾ ਇਹਨੂੰ ਉੱਥੇ ਵਾਲੇ ਹਨੇਰੇ ਤੋਂ ਬਚਾਏਗਾ। ਹੁਣ ਤੁਸੀਂ ਆਪ ਸੰਗਤ ਜੀ ਸਿਆਣੇ ਹੋ, ਧਿਆਨ ਦਿਓ ਗੱਲ ਵੱਲ। ਆਪ ਸਿਆਣੇ ਹੋ ਕਿ ਦੀਵਾ ਇੱਥੇ ਬਲ ਰਿਹਾ ਤੇ ਆਤਮਾ ਨੂੰ ਅੱਗੇ ਚਾਨਣ ਕਿਵੇਂ ਮਿਲੇਗਾ, ਆਤਮਾ ਨੂੰ ਰੋਸ਼ਨੀ ਕਿਵੇਂ ਮਿਲੇਗੀ? ਦੀਵੇ ਬਾਲਣ ਵਾਲੀ ਕਿਰਿਆ ਤਾਂ ਏਡੀ ਵੱਡੀ ਕਿਰਿਆ, ਮਾਫ ਕਰਿਓ, ਹਿੰਦੂ ਧਰਮ ਦੇ ਅੰਦਰ 365 ਦਿਨ ਦੀਵੇ ਬਾਲੇ ਜਾਂਦੇ ਆ ਜੀ। ਇੱਕ ਸਾਲ ਪੂਰਾ, ਇੱਕ ਸਾਲ ਪੂਰੇ ਦੀਵੇ ਬਾਲੇ ਜਾਂਦੇ ਆ ਕਿ ਤਾਂ ਕਿ ਜਿਹੜੀ ਇਹ ਆਤਮਾ ਦਾ ਅਗਾਂਹ ਵਾਲਾ ਸਫ਼ਰ ਆ, ਅਗਾਂਹ ਵਾਲਾ ਸਫ਼ਰ ਇਸ ਦੀਵੇ ਦੀ ਬਦੌਲਤ ਕਰੇ। ਰੋਜ਼ ਨਵਾਂ ਦੀਵਾ, ਰੋਜ਼ ਨਵਾਂ ਦੀਵਾ ਬਾਲਣਾ ਪੈਂਦਾ ਆ। ਪਰ ਗੁਰਬਾਣੀ ਕਹਿੰਦੀ ਹੈ ਕਿ ਭਾਈ ਐਸੀ ਆਤਮਾ ਕੋਈ ਸਫ਼ਰ ਤੈਅ ਨਹੀਂ ਕਰਦੀ। ਨੋਟ ਕਰਿਓ ਜੀ ਗੱਲ, ਆਤਮਾ ਐਸਾ ਸਫ਼ਰ ਕੋਈ ਤੈਅ ਨਹੀਂ ਕਰਦੀ ਕਿ ਉਹਦੇ ਸਰਾਣੇ ਅਸੀਂ ਦੀਵਾ ਬਾਲਣਾ ਆ ਜਾਂ ਉਹਦੇ ਮਰਨ ਤੋਂ ਬਾਅਦ ਦੀਵੇ ਬਾਲਣੇ ਆ ਕਿ ਉਹਨੂੰ ਅਗਾਂਹ ਦਿਸੇਗਾ। ਐਸਾ ਕੋਈ ਵੀ ਦੀਵਾ ਨਹੀਂ ਬਣਿਆ ਦੁਨੀਆ ਦੇ ਵਿੱਚ ਜਿਹੜਾ ਧਰਤੀ ਤੇ ਦੀਵਾ ਬਲੇ ਤੇ ਉੱਪਰ ਸਾਡੀ ਆਤਮਾ ਨੂੰ ਚਾਨਣ ਦੇਵੇ। ਤੇ ਗੁਰਬਾਣੀ ਦੇ ਮੁਤਾਬਕ ਤੇ ਰਹਿਤ ਮਰਯਾਦਾ ਦੇ ਮੁਤਾਬਕ ਮਰੇ ਹੋਏ ਪ੍ਰਾਣੀ ਦੇ ਕੋਲ ਜਾਂ ਮਰੇ ਹੋਏ ਪ੍ਰਾਣੀ ਤੋਂ ਬਾਅਦ ਕੋਈ ਦੀਵੇ ਨਹੀਂ ਬਾਲਣੇ। ਦੀਵੇ ਬਾਲਣਾ ਮਨ ਮਤ ਹੈ। ਹਾਂਜੀ ਬੋਲਿਓ, ਦੀਵੇ ਬਾਲਣੇ ਮਨ ਮਤ ਹੈ। ਦੋ ਗੱਲਾਂ ਹੋ ਗਈਆਂ ਸੰਗਤ ਦੀ। ਪਹਿਲੀ ਗੱਲ, ਮਰੇ ਹੋਏ ਪ੍ਰਾਣੀ ਨੂੰ ਅਸੀਂ ਬੈੱਡ ਜਾਂ ਮੰਜੇ ਤੋਂ ਹੇਠਾਂ ਨਹੀਂ ਉਤਾਰਨਾ। ਦੂਜੀ ਗੱਲ ਜੀ, ਕੋਈ ਦੀਵਾ ਨਹੀਂ ਬਾਲਣਾ। ਤੇ ਤੀਜੀ ਗੱਲ ਆ ਜੀ, ਗਊ ਮਨਸਾਉਣਾ। ਹੁਣ ਗਊ ਮਨਸਾਉਣਾ ਦਾ ਅਰਥ ਪਤਾ ਕੀ ਹੈ ਜੀ? ਬਾਹਮਣ ਬੜਾ ਚਲਾਕ ਹੈ ਜੀ, ਬੇਨਤੀ ਕਰਾਂ, ਉਹ ਹਰ ਇੱਕ ਬੰਦਾ ਚਲਾਕ ਹੈ ਜਿਹੜਾ ਧਰਮ ਦੇ ਨਾਮ ਤੇ ਕਰਮਕਾਂਡ ਕਰਦਾ। ਹੁਣ ਬਾਹਮਣ ਨੇ ਦੇਖਿਆ ਕਿ ਆਪਣੀ ਰੋਟੀ ਪਾਣੀ ਚਲਾਉਣੀ ਹੈ ਤੇ ਕੀ ਕਰਾਂ, ਰੋਟੀ ਪਾਣੀ ਚਲਾਉਣ ਲੱਗੇ ਉਹਨੇ ਇੱਕ ਤਸਵੀਰ ਬਣਾ ਦਿੱਤੀ। ਕਹਿੰਦਾ ਉੱਪਰ ਆਕਾਸ਼ ਦੇ ਵਿੱਚ ਇੱਕ ਬਰਤਰਨੀ ਨਦੀ ਹੈ। ਨੋਟ ਕਰਿਓ ਜੀ ਗੱਲ, ਇੱਕ ਬਰਤਰਨੀ ਨਦੀ ਹੈ। ਉਹ ਨਦੀ ਏਡੀ ਭੈੜੀ ਹੈ ਜਿਹਦੇ ਵਿੱਚ ਹੱਡੀਆਂ ਆ, ਜਿਹਦੇ ਵਿੱਚ ਖੂਨ ਆ, ਜਿਹਦੇ ਵਿੱਚ ਮਿੱਝ ਹੈ। ਮਰਨ ਤੋਂ ਬਾਅਦ ਪ੍ਰਾਣੀ ਨੇ ਉਹ ਨਦੀ ਨੂੰ ਪਾਰ ਕਰਨਾ ਹੁੰਦਾ। ਧਿਆਨ ਦਿਓ ਜੀ, ਗੱਲਾਂ ਅਸੀਂ ਕਰ ਰਹੇ ਹਾਂ ਪਰ ਇਹਦੇ ਪਿੱਛੇ ਵਾਲਾ ਪਿਛੋਕੜ ਨਹੀਂ ਪਤਾ। ਉਹ ਨਦੀ ਨੂੰ ਅਸੀਂ ਪਾਰ ਕਰਨਾ ਹੁੰਦਾ ਜੀ। ਉਹ ਨਦੀ ਇੱਕੋ ਚੀਜ਼ ਨਾਲ ਪਾਰ ਹੋਏਗੀ। ਉਹ ਨਦੀ ਪਾਰ ਹੋਏਗੀ ਉਦੋਂ ਜਦੋਂ ਜਿਹੜਾ ਬੰਦਾ ਮਰਿਆ ਆ ਉਹਦੇ ਨਾਮ ਤੇ ਉਹਦਾ ਪਰਿਵਾਰ ਜਦੋਂ ਬ੍ਰਾਹਮਣ ਨੂੰ ਗਊ ਦਾਨ ਕਰੇਗਾ, ਜਦੋਂ ਗਊ ਦਾਨ ਕਰੇਗਾ ਉਦੋਂ ਉੱਪਰ ਫਸਿਆ ਹੋਇਆ ਪ੍ਰਾਣੀ ਉਸ ਗਊ ਦੀ ਪੂੰਛ ਪਕੜ ਕੇ ਉਸ ਨਦੀ ਨੂੰ ਪਾਰ ਕਰੇਗਾ। ਹੁਣ ਬ੍ਰਾਹਮਣ ਨੇ ਇਹ ਸਕੀਮ ਘੜਤੀ ਜੀ। ਬੜੇ ਲੋਕਾਂ ਨੇ ਗਾਵਾਂ ਦਾਨ ਦਿੱਤੀਆਂ, ਬੜੇ ਲੋਕਾਂ ਨੇ ਗਾਵਾਂ ਦਾਨ ਕਰਤੀਆਂ ਜੀ ਕਿ ਸਾਡਾ ਬਾਪੂ ਉੱਪਰ ਫਸਿਆ, ਸਾਡੀ ਬੇਬੇ ਉੱਪਰ ਫਸੀ ਹੈ। ਹੁਣ ਸੰਗਤ ਜੀ ਤੁਸੀਂ ਆਪ ਸਿਆਣੇ ਹੋ, ਐਡੇ ਵੱਡੇ ਆਕਾਸ਼ ਦੇ ਉੱਤੇ ਕੀ ਨਦੀ ਕੋਈ ਵਹਿ ਸਕਦੀ ਹੈ ਜੀ? ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਗਊ ਮੈਂ ਨੀਚੇ ਦਾਨ ਕਰਨੀ ਹੈ ਤੇ ਨੀਚੇ ਵਾਲੀ ਗਊ ਉੱਪਰ ਜਾ ਕੇ ਆਪਣੀ ਪੂੰਛ ਪਕੜਾ ਕੇ ਪ੍ਰਾਣੀ ਨੂੰ ਕਿੱਦਾਂ ਪਾਰ ਕਰ ਸਕਦੀ ਹੈ? ਇਹ ਕਲਾਸ ਹੈ ਜੀ। ਤੁਸੀਂ ਨਹੀਂ ਕੋਈ ਗੱਲ ਸਮਝ ਪੈਂਦੀ, ਸਵਾਲ ਆ, ਤੁਸੀਂ ਮੈਨੂੰ ਖੜੇ ਹੋ ਕੇ ਵੀ ਪੁੱਛ ਲਿਓ। ਮਾਲਕ ਜੀ ਕਹਿੰਦੇ, ਰਹਿਤ ਮਰਿਆਦਾ ਕਹਿੰਦੀ ਕਿ ਗਊ ਮਨਸਾਉਣਾ ਕੀ ਹੈ? ਗਊ ਦਾਨ ਕਰਨੀ ਹੈ। ਬ੍ਰਾਹਮਣ ਕਹਿੰਦਾ ਤੁਹਾਡਾ ਪਾਪਾ ਤੁਹਾਡੀ ਬੀਬੀ ਜਿਹੜੀ ਬਰਤਰਨੀ ਨਦੀ ਵਿੱਚ ਫਸ ਗਈ ਹੈ, ਜਦੋਂ ਤੁਸੀਂ ਮੈਨੂੰ ਗਊ ਦਾਨ ਕਰੋਗੇ ਉਦੋਂ ਹੀ ਬਾਹਰ ਨਿਕਲਣੀ ਹੈ। ਪਰ ਰਹਿਤ ਮਰਿਆਦਾ ਕਹਿੰਦੀ ਹੈ ਕਿ ਪ੍ਰਾਣੀ ਦੇ ਮਰਨ ਤੋਂ ਬਾਅਦ ਕੋਈ ਐਸੀ ਨਦੀ, ਬੋਲੋ ਜੀ, ਨਹੀਂ ਹੈ। ਤੇ ਕੋਈ ਐਸੀ ਜੇ ਨਦੀ ਨਹੀਂ ਹੈ, ਇਹਦਾ ਮਤਲਬ ਹੈ ਕਿ ਸਾਡਾ ਬਜ਼ੁਰਗ ਉੱਥੇ ਕੋਈ ਫਸਿਆ ਨਹੀਂ ਹੈ। ਜੇ ਸਾਡਾ ਕੋਈ ਬਜ਼ੁਰਗ ਉੱਥੇ ਫਸਿਆ ਹੀ ਨਹੀਂ ਹੈ ਤਾਂ ਸਾਨੂੰ ਗਊ ਦਾਨ ਕਰਨ ਦੀ ਲੋੜ ਵੀ ਨਹੀਂ ਹੈ। ਅਸੀਂ ਗਊ ਦਾਨ ਦੇ ਚੱਕਰ 'ਚ ਨਹੀਂ ਪੈਣਾ, ਕਿਉਂਕਿ ਸਾਡੀ ਰਹਿਤ ਮਰਿਆਦਾ ਤੇ ਸਾਡੀ ਗੁਰਬਾਣੀ ਕਹਿੰਦੀ ਹੈ ਕਿ ਜੇ ਕੋਈ ਮਨੁੱਖ ਇਸ ਭਵ ਸਾਗਰ ਨੂੰ ਪਾਰ ਕਰਦਾ ਆਪਣੇ ਕਰਮਾਂ ਕਰਕੇ ਕਰਦਾ। ਰੋਜ਼ ਸਾਨੂੰ ਸਤਿਗੁਰ ਨੇ ਪੜ੍ਹਾਤਾ ਚੰਗਿਆਈਆਂ ਬੁਰਿਆਈਆਂ,
ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ। ਬੋਲਿਓ ਜੀ, ਜਿਨੀ ਨਾਮ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ। ਬੜਾ ਛੋਟਾ ਜਿਹਾ ਫਾਰਮੂਲਾ ਸਤਿਗੁਰ ਨੇ ਦੇਤਾ ਕਿ ਜਿਹਦੇ ਕਰਮ ਚੰਗੇ ਆ ਉਹ ਪਰਮਾਤਮਾ ਦੇ ਘਰ 'ਚ ਪ੍ਰਵਾਨਿਆ ਗਿਆ, ਜਿਹੜੇ ਕਰਮਾਂ ਕਰਕੇ ਬੰਦਾ ਮਾੜਾ ਰਿਹਾ ਉਹਨੂੰ ਪਰਮਾਤਮਾ ਦੇ ਘਰ 'ਚ ਥਾਂ ਨਹੀਂ ਮਿਲੀ ਜੀ। ਹੁਣ ਰਹਿਤ ਮਰਿਆਦਾ ਨੇ ਤੀਜੀ ਗੱਲ ਕੀ ਕਹਿ ਦਿੱਤੀ ਜੀ? ਪਹਿਲੀ ਗੱਲ, ਪ੍ਰਾਣੀ ਮਰ ਗਿਆ ਤੇ ਉਹਨੂੰ ਆਪਾਂ ਮੰਜੇ ਤੋਂ ਬੈੱਡ ਤੋਂ ਹੇਠਾਂ ਨਹੀਂ ਉਤਾਰਨਾ। ਦੂਜੀ ਗੱਲ, ਕੋਈ ਦੀਵੇ ਵਾਲਾ ਵਿਸ਼ਾ ਕਹਿ ਲਓ ਜਾਂ ਦੀਵਾ ਬੱਤੀ ਨਹੀਂ ਬਾਲਣੀ, ਕਿਉਂਕਿ ਇਹ 365 ਵਾਲਾ ਪਖੰਡ ਸਾਡੀ ਨਾ ਤਾਂ ਰਹਿਤ ਮਰਿਆਦਾ ਮੰਨਦੀ ਆ ਤੇ ਨਾ ਗੁਰੂ ਗ੍ਰੰਥ ਸਾਹਿਬ ਮਾਲਕ ਮੰਨਦੇ ਆ ਕਿ ਆਤਮਾ ਨੇ ਕੋਈ ਸਫ਼ਰ ਕਰਨਾ ਹੁੰਦਾ ਆ। ਤੇ ਤੀਜੀ ਗੱਲ, ਕੋਈ ਗਊ ਦਾਨ ਕਰਨੀ ਵੀ ਇਹ ਵੀ ਸਾਡੇ ਘਰ ਵਿੱਚ ਮਨ ਮੱਤ ਹੈ। ਤੇ ਰਹਿਤ ਮਰਿਆਦਾ ਕਹਿੰਦੀ ਜਾਂ ਹੋਰ ਕੋਈ ਮਨ ਮੱਤ ਸੰਸਕਾਰ ਨਹੀਂ ਕਰਨਾ। ਹੁਣ ਅਗਲੀ ਗੱਲ ਸੁਣ ਲਿਓ ਜੀ, ਕਰਨਾ ਕੀ ਹੈ ਜੀ? ਫਿਰ ਇਹ ਚੀਜ਼ਾਂ ਨਹੀਂ ਕਰਨੀਆਂ, ਫਿਰ ਕਰਨਾ ਕੀ ਹੈ? ਤੇ ਕਰਨਾ ਕਹਿੰਦੇ ਇਹ ਆ ਕੇਵਲ ਗੁਰਬਾਣੀ ਦਾ ਪਾਠ ਕਰਨਾ। ਬੋਲੋ ਜੀ, ਕੇਵਲ ਗੁਰਬਾਣੀ ਦਾ ਪਾਠ ਕਰਨਾ। ਜਾਂ ਪਾਠ ਨਹੀਂ ਕਰਨੇ ਆਉਂਦਾ, ਜਾਂ ਵਾਹਿਗੁਰੂ ਵਾਹਿਗੁਰੂ ਕਰਨਾ। ਦੇਖੋ ਜੀ ਕਿੰਨਾ ਸੌਖਾ ਸਾਨੂੰ ਸਤਿਗੁਰ ਨੇ ਕਰਤਾ। ਪ੍ਰਾਣੀ ਚੜ੍ਹਾਈ ਕਰ ਗਿਆ, ਪਤਾ ਕਿ ਸਾਰੀ ਰਾਤ ਹੁਣ ਬਹਿਣਾ ਪੈਣਾ ਕੋਲ, ਤੇ ਬਹਿਣਾ ਪੈਣਾ ਕੋਲ, ਤੇ ਸਤਿਗੁਰ ਕਹਿੰਦੇ ਭਾਈ ਜਾਂ ਗੁਰਬਾਣੀ ਕਹਿੰਦੀ ਜਾਂ ਸਾਡੀ ਰਹਿਤ ਮਰਿਆਦਾ ਕਹਿੰਦੀ ਪ੍ਰਾਣੀ ਕੋਲ ਬੈਠ ਕੇ ਬਾਣੀ ਪੜ੍ਹੋ। ਬਾਣੀ ਪ੍ਰਾਣੀ ਵਾਸਤੇ ਨਹੀਂ ਹੈ, ਫਿਰ ਨੋਟ ਕਰ ਲਿਓ ਜੀ, ਬਾਣੀ ਸਾਡੇ ਵਾਸਤੇ ਆ। ਉਹ ਕਿ ਸਾਨੂੰ ਸਾਡੇ ਪਰਿਵਾਰ ਦਾ ਮੈਂਬਰ ਵਿਛੋੜਾ ਦੇ ਗਿਆ, ਸਾਡਾ ਮਨ ਹੁਣ ਢਹਿੰਦੀ ਕਲਾ ਵੱਲ ਜਾ ਰਿਹਾ, ਅਸੀਂ ਰੋਣਾ ਆ। ਸਾਡੇ ਮਨ ਨੂੰ ਪਾਵਰ ਦੇਣ ਵਾਸਤੇ, ਸਾਡੇ ਮਨ ਨੂੰ ਸਟਰੋਂਗ ਕਰਨ ਵਾਸਤੇ ਸਾਡੇ ਕੋਲ ਇੱਕੋ ਇੱਕ ਚੀਜ਼ ਆ, ਗੁਰਬਾਣੀ ਤੇ ਵਾਹਿਗੁਰੂ ਦਾ ਜਾਪ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਵਾਹਿਗੁਰੂ ਦਾ ਜਾਪ ਕਰਾਂਗੇ, ਸਾਡੇ ਅੰਦਰ ਭਾਣਾ ਮੰਨਣ ਦੀ ਤਾਕਤ ਪੈਦਾ ਹੋਏਗੀ। ਸਾਹਮਣੇ ਪ੍ਰਾਣੀ ਪਿਆ ਹੋਵੇ, ਅਸੀਂ ਮਨ ਮਤ ਨੂੰ ਇੱਕ ਪਾਸੇ ਰੱਖ ਕੇ ਗੁਰਬਾਣੀ ਨਾਲ ਜੁੜਨਾ ਹੈ। ਸਾਡੀ ਰਹਿਤ ਮਰਿਆਦਾ ਨੇ ਪਹਿਲੇ ਪੁਆਇੰਟ ਵਿੱਚ ਸਾਨੂੰ ਇਹ ਸਮਝਾਇਆ। ਇੰਨਾ ਕੁ ਪੱਲੇ ਪੈ ਗਿਆ ਜੀ ਸਾਡੇ। ਦੂਜਾ ਪੁਆਇੰਟ ਐੜਾ, ਪ੍ਰਾਣੀ ਦੇ ਦੇਹ ਤਿਆਗਣ ਤੇ ਧਾ ਨਹੀਂ ਮਾਰਨੀ। ਇਹ ਆਪਾਂ ਕੱਲ ਵੀ ਗੱਲ ਕੀਤੀ ਹੈ ਜੀ ਕਿ 13ਵਾਂ ਕਰਦੇ ਆ ਜੀ ਹਿੰਦੂ ਪਰਿਵਾਰ। ਉਹ ਸਵੇਰੇ ਉੱਠ ਕੇ ਜਾਂ ਇੱਕ ਦਿਨ ਵਿੱਚ ਉੱਚੀ ਉੱਚੀ ਧਾ ਮਾਰਦੇ ਆ ਜੀ, ਚੀਕ ਮਾਰਦੇ ਆ, ਕੂਕ ਮਾਰਦੇ ਆ। ਕਾਰਨ ਕੀ ਹੈ ਜੀ? ਗਰੁੜ ਪੁਰਾਣ ਕਹਿੰਦਾ ਕਿ ਭਾਈ ਕਿ ਜਦੋਂ ਪ੍ਰਾਣੀ ਮਰਦਾ 13 ਦਿਨ ਉਹਦੀ ਆਤਮਾ ਘਰ ਦੇ ਵਿੱਚ ਘੁੰਮਦੀ ਹੈ। ਜਦੋਂ ਪ੍ਰਾਣੀ ਧਾ ਮਾਰੇਗਾ ਜੀ, ਉਹ ਧਾ ਸੁਣ ਕੇ ਦੌੜ ਜਾਏਗੀ, ਚਲੇ ਜਾਏਗੀ, ਫਿਰ ਨੇੜੇ ਨਹੀਂ ਸਾਡੇ ਆਏਗੀ। ਇਸ ਕਰਕੇ ਹਿੰਦੂ ਘਰਾਂ ਦੇ ਵਿੱਚ 13ਵਾਂ ਕੀਤਾ ਜਾਂਦਾ। ਰੋਜ਼ ਸਵੇਰੇ ਉੱਠਦੇ ਉੱਚੀ ਦੇ ਕੇ ਧਾ ਮਾਰਦੇ ਆ। ਪਰ ਸਤਿਗੁਰ ਜੀ ਕਹਿੰਦੇ ਭਾਈ ਐਸੀ ਕੋਈ ਧਾ ਵਾਲਾ ਕੰਮ ਸਿੱਖਾ ਤੁਸੀਂ, ਬੋਲੋ ਜੀ, ਨਹੀਂ ਕਰਨਾ। ਤੁਸੀਂ ਧਾ ਨਹੀਂ ਮਾਰਨੀ, ਤੁਸੀਂ ਰੋਣਾ ਨਹੀਂ ਹੈ। ਅੱਗੇ ਸੁਣਿਓ ਜੀ, ਪ੍ਰਾਣੀ ਦੇ ਦੇਹ ਤਿਆਗਣ ਤੇ ਧਾ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ। ਹੁਣ ਪਿੰਡਾਂ ਵਿੱਚ ਬੜਾ ਕੁਛ ਹੁੰਦਾ ਜੀ, ਪਿੱਟ ਸਿਆਪਾ ਜਿਹਨੂੰ ਆਪਾਂ ਪੰਜਾਬੀ 'ਚ ਸ਼ਬਦ ਵਰਤਦੇ ਆ। ਮਾਈਆਂ ਆਪਣੀ ਛਾਤੀ ਨੂੰ ਕੁੱਟਦੀਆਂ, ਆਪਣੀ ਲੱਤਾਂ ਦੇ ਉੱਤੇ ਹੱਥ ਮਾਰਦੀਆਂ, ਉਹਨੂੰ ਕਹਿੰਦੇ ਪਿੱਟ ਸਿਆਪਾ ਕਰਨਾ। ਪਰ ਸਤਿਗੁਰ ਜੀ ਕਹਿੰਦੇ ਭਾਈ ਜਾਂ ਰਹਿਤ ਮਰਿਆਦਾ ਕਹਿੰਦੇ ਆ ਕਿ ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ ਨਾ ਜੀ, ਵਾਹਿਗੁਰੂ ਦਾ ਜਾਪ ਜ਼ਰੂਰ ਕਰੋ, ਬਾਣੀ ਜ਼ਰੂਰ ਪੜ੍ਹੋ, ਪਰ ਅਸੀਂ ਕੋਈ ਪਿੱਟ ਸਿਆਪਾ ਜਾਂ ਅਸੀਂ ਕੋਈ ਧਾ ਨਹੀਂ ਮਾਰਨੀ। ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਵੀ ਭਾਈ ਇਹ ਪਿੱਟ ਸਿਆਪੇ ਵਾਲੇ ਕੰਮ ਨਹੀਂ ਕਰਨੇ, ਪ੍ਰਮਾਤਮਾ ਦੇ ਭਾਣੇ ਨੂੰ ਮੰਨਣਾ ਹੈ। ਹੁਣ ਅੱਗੇ ਸੁਣਿਓ ਜੀ ਧਿਆਨ ਨਾਲ, ਮਨ ਨੂੰ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਲਿਆਉਣ ਲਈ ਗੁਰਬਾਣੀ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ। ਦੂਜਾ ਪੁਆਇੰਟ ਕੀ ਕਹਿੰਦੇ ਆ ਜੀ? ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ, ਦੇਹ ਦੇ ਵਿੱਚੋਂ ਆਤਮਾ ਨਿਕਲ ਗਈ, ਨਾ ਤਾਂ ਕਿਸੇ ਨੇ ਧਾ ਮਾਰਨੀ ਆ, ਨਾ ਕਿਸੇ ਨੇ ਪਿੱਟ ਸਿਆਪਾ ਕਰਨਾ ਆ। ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਵਾਹਿਗੁਰੂ ਦਾ ਅਸੀਂ ਜਾਪ ਕਰਨਾ ਹੈ, ਗੁਰਬਾਣੀ ਦਾ ਪਾਠ ਕਰਨਾ ਹੈ। ਜਿਵੇਂ ਜਿਵੇਂ ਜਿਹਨੂੰ ਬਾਣੀ ਯਾਦ ਆ, ਜਿੰਨੇ ਸ਼ਬਦ ਯਾਦ ਆ, ਉਹਦੇ ਪਾਠ ਕਰੋ, ਤਾਂ ਕਿ ਸਾਡੇ ਜੀਵਨ ਦੇ ਵਿੱਚ ਸਾਡਾ ਮਨ ਢਹਿੰਦੀ ਕਲਾ ਵੱਲ ਨਾ ਆਵੇ, ਅਸੀਂ ਪਰਮਾਤਮਾ ਦੀ ਰਜ਼ਾ ਨੂੰ ਸੱਤ ਕਰਕੇ ਮੰਨੀਏ। ਠੀਕ ਆ ਜੀ, ਇਹ ਦੂਜਾ ਪੁਆਇੰਟ ਹੋ ਗਿਆ। ਸਮਝ ਪੈਂਦੀ ਹੈ ਇੰਨੀ ਗੱਲ ਹੈ ਜੀ, ਇਹ ਸਾਡੀ ਮਰਿਆਦਾ ਗੁਰੂ ਮਾਲਕ ਨੇ ਸਾਨੂੰ ਦਿੱਤੀ ਹੈ। ਅਗਲਾ ਜਿਹੜਾ ਪੁਆਇੰਟ ਹੈ ਜੀ ਈੜੀ, ਸੁਣਿਓ ਜੀ। ਹੁਣ ਇਹ ਬੜਾ ਵੱਡਾ ਪੁਆਇੰਟ ਆ, ਤੁਸੀਂ ਇਹ ਚੀਜ਼ਾਂ ਦੇਖੀਆਂ ਹੋਣੀਆਂ।
ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਧਿਆਨ ਦਿਓ ਜੀ, ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਵੀ ਸੰਸਕਾਰਨਾ ਚਾਹੀਏ। ਹੁਣ ਸਾਡੇ ਕੀ ਕਰਦੇ ਆ ਜੀ, ਆਪਾਂ ਜਦੋਂ ਕੋਈ ਛੋਟਾ ਬੱਚਾ ਚੜ੍ਹਾਈ ਕਰਦਾ ਤੇ ਉਦੋਂ ਅਸੀਂ ਕੀ ਕਰਦੇ ਆ ਜੀ, ਉਹਨੂੰ ਦੱਬ ਦਿਓ, ਉਹਦਾ ਸੰਸਕਾਰ ਨਹੀਂ ਕਰਦੇ। ਤਾਂ ਸਾਡੀ ਮਰਿਆਦਾ ਕੀ ਕਹਿੰਦੇ ਆ ਜੀ, ਪ੍ਰਾਣੀ ਚਾਹੇ ਛੋਟੇ ਤੋਂ ਛੋਟੀ ਉਮਰ ਦਾ ਹੋਵੇ। ਹੁਣ ਕਈ ਵਾਰੀ ਕੀ ਹੁੰਦਾ ਆ, ਮਾਤਾ ਦੇ ਗਰਭ ਦੇ ਵਿੱਚੋਂ ਹੀ ਬੱਚਾ ਕਈ ਵਾਰੀ ਚੜ੍ਹਾਈ ਕਰ ਜਾਂਦਾ, ਕਈ ਵਾਰ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆ ਕੇ ਚੜ੍ਹਾਈ ਕਰ ਜਾਂਦਾ ਹੈ, ਕਈ ਵਾਰ 2 ਜਾਂ 3 ਦਿਨ ਰਹਿ ਕੇ ਚੜ੍ਹਾਈ ਕਰ ਜਾਂਦਾ ਹੈ, ਕਈ ਵਾਰ ਸਾਲ 2 ਸਾਲ ਜੀ ਕੇ ਚੜ੍ਹਾਈ ਕਰ ਜਾਂਦਾ, ਕਈ ਵਾਰ 5-10 ਸਾਲ ਦਾ ਹੋ ਕੇ ਚੜ੍ਹਾਈ ਕਰ ਜਾਂਦਾ। ਪਰ ਅਸੀਂ ਇਹ ਗੱਲਾਂ ਕਰਦੇ ਵੀ ਦੇਖਿਆ, ਲੋਕ ਇਹ ਕੰਮ ਵੀ ਕਰਦੇ ਦੇਖਿਆ ਜੀ, ਕਿਹੜਾ ਕਿ ਭਾਈ ਛੋਟੇ ਬੱਚੇ ਦਾ ਸੰਸਕਾਰ ਨਹੀਂ ਕਰਨਾ। ਧਿਆਨ ਦਿਓ ਜੀ, ਛੋਟੇ ਬੱਚੇ ਦਾ ਸੰਸਕਾਰ ਨਹੀਂ ਕਰਨਾ। ਤੁਸੀਂ ਬਹੁਤ ਦੇਖੇ ਹੋਣੇ ਜੀ ਆਪਣੇ ਜੀਵਨ ਵਿੱਚ ਇਹ ਘਟਨਾਵਾਂ ਕਿ ਛੋਟੇ ਬੱਚੇ ਨੂੰ ਦਬਾਉਂਦੇ ਆ। ਪਰ ਰਹਿਤ ਮਰਿਆਦਾ ਸਾਡੀ ਇਹ ਕਹਿੰਦੀ ਹੈ ਕਿ ਛੋਟੇ ਤੋਂ ਛੋਟੀ ਉਮਰ ਦਾ ਵੀ ਜੇ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਉਹਦਾ ਵੀ ਅਸੀਂ ਸੰਸਕਾਰ ਕਰਨਾ ਹੈ, ਉਹਨੂੰ ਵੀ ਅਸੀਂ ਭਾਈ ਅਗਨ ਭੇਟ ਕਰਨਾ ਆ। ਇਹ ਨਹੀਂ ਕਿ ਉਹਨੂੰ ਵੀ ਦਬਾਉਣਾ ਆ। ਸਾਡੀ ਮਰਿਆਦਾ ਤੇ ਗੁਰੂ ਮਾਲਕ ਜੀ ਸਾਨੂੰ ਇਹ ਕਹਿੰਦੇ ਆ ਕਿ ਛੋਟੀ ਤੋਂ ਛੋਟੀ ਉਮਰ ਦਾ ਪ੍ਰਾਣੀ ਵੀ ਜਦੋਂ ਚੜ੍ਹਾਈ ਕਰ ਜਾਵੇ ਉਹਨੂੰ ਵੀ ਅਸੀਂ ਸੰਸਕਾਰਨਾ ਆ, ਉਹਨੂੰ ਦਬਾਉਣਾ ਨਹੀਂ ਹੈ। ਹੁਣ ਇਹ ਗੱਲ ਲਾਗੂ ਤੁਸੀਂ ਕਰ ਲੋਗੇ ਜੀ? ਲੋਕ ਲਾਗੂ ਨਹੀਂ ਹੋਣ ਦੇਣਗੇ। ਨਹੀਂ ਜੀ, ਬੱਚਾ ਛੋਟਾ ਆ। ਛੋਟੀ ਜਿਹੀ ਘਟਨਾ ਵਾਪਰੀ ਸੀਗੀ, ਬੜੀਆਂ ਥਾਵਾਂ 'ਤੇ ਵਾਪਰਦੀ ਹੈ। ਛੋਟਾ ਬੱਚਾ ਚੜ੍ਹਾਈ ਕਰ ਗਿਆ ਜੀ, ਉਹਨਾਂ ਨੇ ਦੱਬਤਾ। ਹੁਣ ਜਦੋਂ ਛੋਟਾ ਬੱਚਾ ਸੀਗਾ, ਉਹਦੀ ਜਿਹੜੀ ਕਹਿ ਲਓ ਜਿਸਮ ਦੀ ਦੁਰਗੰਧ ਸੀਗੀ ਜੀ, ਉੱਥੇ ਦੇ ਆਲੇ ਦੁਆਲੇ ਦੇ ਕੁੱਤਿਆਂ ਨੇ ਸੁੰਘ ਲਈ ਜੀ। ਉਹ ਸੁੰਘਦੇ ਸੁੰਘਦੇ ਉੱਥੇ ਪਹੁੰਚ ਕੇ ਜਿੱਥੇ ਬੱਚਾ ਦੱਬਿਆ ਹੋਇਆ ਸੀਗਾ। ਜਿੱਥੇ ਬੱਚਾ ਦੱਬਿਆ ਹੋਇਆ ਸੀ, ਉਹਨਾਂ ਨੇ ਪੈਰਾਂ ਦੇ ਨਾਲ ਕੁੱਤਿਆਂ ਨੇ ਧਰਤੀ ਨੂੰ ਮਿੱਟੀ ਕੱਢ ਕੱਢ ਕੇ ਵਿੱਚੋਂ ਉਹ ਛੋਟੇ ਬੱਚੇ ਦੀ ਦੇਹ ਕੱਢ ਲਈ। ਉਹ ਫਿਰ ਸਾਰੀਆਂ ਗਲੀਆਂ ਦੇ ਵਿੱਚ ਬੱਚੇ ਨੂੰ ਉਹ ਮਰੇ ਹੋਏ ਨੂੰ ਚੱਕੀ ਫਿਰਨ। ਕਿਸੇ ਦੀ ਲੱਤ, ਉਹਨੇ ਕਿਸੇ ਨੇ ਲੱਤ ਖਾ ਲਈ, ਕਿਸੇ ਨੇ ਮੂੰਹ ਖਾ ਲਿਆ, ਕਿਸੇ ਨੇ ਉਹਦਾ ਹੱਥ ਖਾ ਲਿਆ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਜਾਂ ਸਾਡੀ ਰਹਿਤ ਮਰਿਆਦਾ ਨੇ ਕਿਹਾ ਕਿ ਐਸੀ ਕੋਈ ਘਟਨਾ ਨਾ ਵਾਪਰੇ। ਤੇ ਤੁਸੀਂ ਕੀ ਕਰਨਾ, ਕਿਉਂਕਿ ਸਰੀਰ ਮਿੱਟੀ ਹੈ ਜੀ, ਚਾਹੇ ਛੋਟਾ ਚਾਹੇ ਵੱਡਾ, ਉਹਨੂੰ ਤੁਸੀਂ ਦਬਾਉਣਾ ਨਹੀਂ ਹੈ। ਛੋਟੇ ਤੋਂ ਛੋਟਾ ਬੱਚਾ ਵੀ ਚੜ੍ਹਾਈ ਕਰ ਜਾਵੇ, ਉਹਦਾ ਵੀ ਸੰਸਕਾਰ ਕਰਨਾ ਹੈ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ, ਹੁਣ ਇਹ ਵੀ ਗੱਲ ਬੜੀ ਜ਼ਰੂਰੀ ਹੈ, ਧਿਆਨ ਦਿਓ ਜੀ, ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਹੁਣ ਨੋਟ ਕਰ ਲਓ ਕਿੱਡੀ ਵੱਡੀ ਗੱਲ ਕਹਿਤੀ ਰਹਿਤ ਮਰਿਆਦਾ ਨੇ ਜੀ। ਹੁਣ ਮੁਸਲਮਾਨਾਂ ਦੇ ਵਿੱਚ ਦੱਬਣ ਦੀ ਰੀਤੀ ਚੱਲਦੀ ਹੈ ਜੀ, ਤੇ ਸਾਡੇ ਵਿੱਚ ਅਸੀਂ ਸੰਸਕਾਰ ਦੀ ਰੀਤੀ ਚੱਲਦੀ ਹੈ। ਹੁਣ ਇਹਨਾਂ ਦਾ ਪਿੱਛੇ ਪਿਛੋਕੜ ਬਹੁਤ ਵੱਡਾ ਹੈ। ਮੈਂ ਉੱਧਰ ਨਹੀਂ ਜ਼ਿਆਦਾ ਤੁਰੂੰ, ਥੋੜ੍ਹਾ ਜਿਹਾ ਹਿੰਟ ਦਿੰਦਾ ਆ। ਹੁਣ ਜ਼ਿਆਦਾ ਜਿਹੜੀ ਮੁਸਲਮਾਨਾਂ ਦੀ ਗਿਣਤੀ ਹੈ ਜੀ, ਉਹ ਅਰਬ ਕੰਟਰੀਆਂ ਦੇ ਵਿੱਚ ਹੈ, ਅਤੇ ਉਹ ਸਾਰੇ ਇਲਾਕੇ ਮਾਰੂਥਲਾਂ ਦੇ ਨੇ। ਉਹਨਾਂ ਕੋਲ ਜ਼ਮੀਨੀ ਪੱਧਰ ਬਹੁਤ ਹੈ, ਹਰਿਆਵਲ ਘੱਟ ਹੈ, ਖੇਤੀਬਾੜੀ ਘੱਟ ਹੈ। ਅਤੇ ਹੁਣ ਖੇਤੀਬਾੜੀ ਘੱਟ ਹੈ, ਜੰਗਲ ਘੱਟ ਹੈ, ਬਨਸਪਤੀ ਘੱਟ ਹੈ, ਅਤੇ ਕੁਦਰਤੀ ਗੱਲ ਹੈ ਅਤੇ ਲੱਕੜਾਂ ਦੀ ਘਾਟ ਹੈ। ਨੋਟ ਕਰੋ ਜੀ ਗੱਲ, ਲੱਕੜਾਂ ਦੀ ਘਾਟ ਹੈ। ਹੁਣ ਤੁਸੀਂ ਦੁਬਈ ਦੇਖੋ, ਕਿੰਨਾ ਕਿੰਨਾ ਰੇਤਾ ਹੀ ਰੇਤਾ ਪਿਆ ਜੀ। ਅਤੇ ਉਹਨਾਂ ਵਾਸਤੇ ਉੱਥੇ ਦਾ ਇੱਕ ਮਾਹੌਲ ਬਣ ਗਿਆ ਕਿ ਸਾਡੇ ਕੋਲ ਲੱਕੜਾਂ ਨਹੀਂ ਹੈਗੀਆਂ ਭਾਈ, ਅਤੇ ਸਾਡੇ ਕੋਲ ਜਗ੍ਹਾ ਵੈਸੇ ਖੁੱਲ੍ਹੀ ਬੜੀ ਪਈ ਹੈ, ਅਤੇ ਉਹਨਾਂ ਨੇ ਦਬਾਉਣਾ ਸ਼ੁਰੂ ਕਰਤਾ। ਪਰ ਹਿੰਦੁਸਤਾਨ ਦੇ ਵਿੱਚ, ਜਿਹੜਾ ਕਿ ਹਿੰਦੁਸਤਾਨ ਨੂੰ ਇੱਕ ਆਪਾਂ ਕਹਿ ਲਓ ਕਿ ਖੇਤੀ ਦੇ ਪੱਧਰ 'ਤੇ ਜਾਣਿਆ ਜਾਂਦਾ ਕਿ ਇੱਥੇ ਭਾਈ ਖੇਤੀ ਬਹੁਤ ਹੁੰਦੀ ਹੈ, ਅਤੇ ਖੇਤੀ ਹੋਣ ਦੇ ਨਾਲ ਇੱਥੇ ਬਨਸਪਤੀ ਬਹੁਤ ਹੈ, ਅਤੇ ਖੇਤੀ ਦੇ ਕਰਕੇ ਸਾਡਾ ਦੇਸ਼ ਅਗਾਂਹ ਵੱਧ ਰਿਹਾ ਆ। ਅਤੇ ਇਹਨਾਂ ਨੇ ਸੋਚਿਆ ਕਿ ਭਾਈ ਸਾਡੇ ਇੱਥੇ ਖੇਤੀ ਦਾ ਜਿਹੜਾ ਆ ਬੋਲਬਾਲਾ ਬਹੁਤ ਆ, ਸਾਨੂੰ ਜ਼ਮੀਨ ਵੱਧ ਤੋਂ ਵੱਧ ਚਾਹੀਦੀ ਖੇਤੀ ਕਰਨ ਵਾਸਤੇ। ਜੇ ਅਸੀਂ ਬੰਦਿਆਂ ਨੂੰ ਦਬਾਉਣ ਲੱਗ ਗਏ ਅਤੇ ਬਹੁਤੀ ਜਗ੍ਹਾ ਬੰਦਿਆਂ ਨੂੰ ਦਬਾ ਕੇ ਅਸੀਂ ਕਬਰਸਤਾਨ ਬਣਾ ਲਾਂਗੇ, ਅਤੇ ਖੇਤੀ ਬੋਲੋ ਜੀ ਕਿੱਥੇ ਕਰਾਂਗੇ? ਸਾਡੇ ਕੋਲ ਲੱਕੜਾਂ ਵੀ ਜ਼ਿਆਦਾ ਸੀਗੀਆਂ, ਸਾਡੇ ਆਪਣਾ ਮੁਲਕ ਨੇ ਖੇਤੀ ਵੀ ਕਰਨੀ ਸੀਗੀ, ਇਸ ਕਰਕੇ ਅਸੀਂ ਸੰਸਕਾਰ ਨਾਲ ਅਗਨ ਭੇਟ ਕਰਨਾ ਸ਼ੁਰੂ ਕਰਤਾ ਜੀ। ਪਰ ਯਾਦ ਰੱਖਿਓ, ਇਹ ਆਪਣੇ ਮਨ 'ਚੋਂ ਭੁਲੇਖਾ ਆਪਾਂ ਕਰ ਦੇਣਾ ਜੀ ਕਿ ਸ਼ਾਇਦ ਜਿਹੜਾ ਦੱਬਿਆ ਗਿਆ ਧਰਤੀ 'ਚ ਉਹਨੂੰ ਮੁਕਤੀ ਮਿਲੇਗੀ, ਸ਼ਾਇਦ ਜਿਹੜਾ ਸੰਸਕਾਰ ਹੋ ਗਿਆ
ਅਗਨ ਭੇਟ ਹੋ ਗਿਆ, ਸ਼ਾਇਦ ਉਹਨੂੰ ਮੁਕਤੀ ਮਿਲੇਗੀ। ਸਰੀਰ ਹੈ, ਤੁਸੀਂ ਇਹਨੂੰ ਚਾਹੇ ਦੱਬ ਦਿਓ, ਚਾਹੇ ਤੁਸੀਂ ਇਹਨੂੰ ਅੱਗ ਲਾ ਦਿਓ, ਚਾਹੇ ਇਹਨੂੰ ਪਾਣੀ ਵਿੱਚ ਰੋੜ ਦਿਓ, ਇਹਨਾਂ ਕਿਰਿਆ ਦੇ ਨਾਲ ਕਦੇ ਵੀ ਮੁਕਤੀ ਬੋਲੋ ਜੀ ਨਹੀਂ ਮਿਲਣੀ। ਤਾਂ ਮਿੱਟੀ ਹੈ, ਮਿੱਟੀ ਦਾ ਜੋ ਮਰਜ਼ੀ ਕਰੀ ਚੱਲਿਓ। ਹੁਣ ਇਹ ਫੈਸਲਾ ਅਸੀਂ ਕਿੱਥੇ ਬਦਲ ਹੀ ਨਹੀਂ ਸਕਦੇ। ਹੁਣ ਤਾਂ ਸਾਡੇ ਕੋਲ ਇਲੈਕਟ੍ਰੀਸ਼ਨ ਵੀ ਆ ਗਈਆਂ ਜੀ, ਹੈ ਨਾ, ਆਪਣੇ ਸ਼ਮਸ਼ਾਨ ਘਾਟ ਪਈਆਂ ਆ, ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਤਿਆਰ ਹੋਵੇ ਇਲੈਕਟ੍ਰੀਸ਼ਨ ਵਿੱਚ ਪਾਉਣ ਨੂੰ ਕਿ ਸਾਡੇ ਭਾਈ ਇਹ ਪੁਰਾਣੀ ਚੜ੍ਹਾਈ ਕਰ ਗਿਆ, ਤੁਸੀਂ ਇਹਨੂੰ ਇਲੈਕਟ੍ਰੀਸ਼ਨ ਵਿੱਚ ਪਾ ਦਿਓ। ਅਤੇ ਇਹਦੇ ਨਾਲ ਕੀ ਹੋਏਗਾ ਭਾਈ, ਜਿਹੜੀਆਂ ਲੱਕੜਾਂ ਅਸੀਂ ਫੂਕਦੇ ਹਾਂ ਉਹ ਲੱਕੜਾਂ ਨਹੀਂ ਫੂਕਾਂਗੇ ਜੀ। ਪਰ ਇਹ ਫੈਸਲਾ ਲੈਣ ਵਾਸਤੇ ਤਿਆਰ ਨਹੀਂ ਹੈ ਕੋਈ। ਉਹ ਕਿ ਸਾਡੇ ਦਿਮਾਗ 'ਚ ਇਹ ਬੈਠਾ ਹੈ ਕਿ ਜੇ ਤਾਂ ਮੈਂ ਸੰਸਕਾਰ ਲੱਕੜਾਂ ਰਾਹੀਂ ਨਾ ਕੀਤਾ ਤਾਂ ਸ਼ਾਇਦ ਇਹਨੂੰ ਮੁਕਤੀ ਨਹੀਂ ਮਿਲੇਗੀ। ਸੰਸਕਾਰ ਲੱਕੜਾਂ ਰਾਹੀਂ ਕਰਨਾ ਹੈ। ਪਰ ਰਹਿਤ ਮਰਿਆਦਾ ਕੀ ਕਹਿੰਦੇ ਆ ਜੀ, ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਹੁਣ ਨੋਟ ਕਰਿਓ ਜੀ, ਜੇ ਪ੍ਰਬੰਧ ਨਹੀਂ ਹੈ, ਗੱਲ ਇੱਥੇ ਤਾਂ ਕੀਤੀ ਜੇ ਪ੍ਰਬੰਧ ਨਹੀਂ ਹੈ। ਪਰ ਜੇ ਪ੍ਰਬੰਧ ਸਾਡੇ ਕੋਲ ਆ ਤੇ ਫਿਰ ਅਸੀਂ ਲੱਕੜਾਂ ਨਾਲ ਵੀ ਕਰ ਸਕਦੇ ਆ ਜੀ, ਇਲੈਕਟ੍ਰੀਸ਼ਨ ਨਾਲ ਵੀ ਕਰ ਸਕਦੇ ਆ ਜੀ। ਹੁਣ ਬੜੇ ਸੰਤ ਕਹਾਉਣ ਵਾਲੇ, ਮਹਾਂਪੁਰਸ਼ ਕਹਾਉਣ ਵਾਲੇ ਬਾਬੇ ਤੁਸੀਂ ਦੇਖਿਆ ਜੀ, ਪਿਛਲੇ ਕਈ ਬਾਬੇ ਚੜ੍ਹਾਈ ਕਰੇ ਜੀ, ਉਹਨਾਂ ਨੂੰ ਡੱਬਿਆਂ 'ਚ ਬੰਦ ਕਰਕੇ ਜਲ ਪ੍ਰਵਾਹ ਕਰਕੇ ਆਏ ਆ। ਇਹ ਵੀ ਮਨਮੱਤ ਹੈ ਜੀ। ਜਦੋਂ ਸਾਡੇ ਕੋਲ ਅੱਜ ਲੱਕੜਾਂ ਦਾ ਪ੍ਰਬੰਧ ਹੈਗਾ, ਸੰਸਕਾਰ ਕੀਤਾ ਜਾ ਸਕਦਾ ਆ, ਫਿਰ ਜਲ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ। ਹਾਂ, ਜੇ ਪ੍ਰਬੰਧ ਨਹੀਂ ਹੈ, ਲੱਕੜਾਂ ਦੀ ਕਮੀ ਹੈ ਜੀ ਸਾਡੇ ਕੋਲ, ਅਸੀਂ ਅਗਨ ਭੇਟ ਨਹੀਂ ਕਰ ਸਕਦੇ ਭਾਈ, ਫਿਰ ਅਸੀਂ ਕਹਿੰਦੇ ਕਿ ਜਲ ਪ੍ਰਵਾਹ ਕਰ ਦਿਓ। ਪਰ ਜਦੋਂ ਸਾਡੇ ਕੋਲ ਸਾਰੇ ਪ੍ਰਬੰਧ ਹੈ ਪਰ ਫਿਰ ਜਲ ਪ੍ਰਵਾਹ ਕਰਨਾ ਮਨਮੱਤ ਹੈ। ਉਹ ਇਸ ਗੱਲ ਲਈ ਜਲ ਪ੍ਰਵਾਹ ਕਰਦੇ ਆ ਕਿ ਦੁਨੀਆ ਵਿੱਚ ਕੱਲ੍ਹ ਨਾਮ ਚੱਲੇ ਜੀ ਕਿ ਫਲਾਣਾ ਬਾਬਾ ਦੁਨੀਆ ਵਿੱਚ ਆਇਆ ਸੀ ਜੀ, ਉਹਨੂੰ ਅਸੀਂ ਜਲ ਪ੍ਰਵਾਹ ਕਰਕੇ ਉਹਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਸੀਗਾ। ਪਰ ਸਤਿਗੁਰ ਕਹਿਣਗੇ ਜਾਂ ਸਾਡੀ ਮਰਿਆਦਾ ਕਹੇਗੀ ਕਿ ਉਹ ਮਨਮੱਤ ਹੈ, ਕੋਈ ਉਹ ਸਿਆਣੀ ਗੱਲ ਨਹੀਂ ਹੈ। ਉਹ ਨੋਟ ਕਰ ਲਿਓ ਜੀ ਗੱਲ, ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਵੀ ਸੰਸਕਾਰਨਾ ਚਾਹੀਏ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਜ਼ਰੂਰੀ ਨਹੀਂ ਹੈ ਕਿ ਇਕੱਲਾ ਭਾਈ ਕਿ ਸਿੱਖ ਦੇ ਘਰ ਵਿੱਚ ਪੈਦਾ ਹੋਇਆ ਕਿ ਇਹਨੂੰ ਲੱਕੜਾਂ ਦੇ ਨਾਲ ਅਸੀਂ ਅਖੀਰ ਵਿੱਚ ਇਹਦਾ ਸੰਸਕਾਰ ਕਰਨਾ ਹੈ। ਇਲੈਕਟ੍ਰਿਕ ਮਸ਼ੀਨਾਂ ਆ ਗਈਆਂ, ਉਹਦੇ ਨਾਲ ਵੀ ਕੀਤਾ ਜਾ ਸਕਦਾ। ਮਾਹੌਲ ਐਸਾ ਬਣ ਜਾਵੇ ਜਿੱਥੇ ਨਾ ਸਾਨੂੰ ਇਲੈਕਟ੍ਰਿਕ ਮਸ਼ੀਨ ਮਿਲੇ ਜੀ, ਨਾ ਲੱਕੜਾਂ ਮਿਲੇ ਜੀ। ਜੇ ਉੱਥੇ ਦਫਨਾਉਣਾ ਪੈ ਜਾਵੇ, ਸਿੱਖ ਹੋ ਕੇ ਦਫਨਾਉਣਾ ਪੈ ਜਾਵੇ, ਅਤੇ ਦਫਨਾਉਣ ਵੇਲੇ ਵੀ ਕੋਈ ਮਨ ਵਿੱਚ ਸ਼ੰਕਾ ਨਹੀਂ ਕਰਨੀ। ਜੇ ਦਫਨਾਉਣ ਦਾ ਵੀ ਸਾਡੇ ਕੋਲ ਪ੍ਰਬੰਧ ਨਾ ਹੋਵੇ, ਜਲ ਪ੍ਰਵਾਹ ਕਰਨਾ ਪੈ ਜਾਵੇ, ਅਤੇ ਜਲ ਪ੍ਰਵਾਹ ਕਰਨ ਵੇਲੇ ਵੀ ਸ਼ੰਕਾ ਨਹੀਂ ਕਰਨੀ। ਉਹ ਕੀ ਹੈ, ਮਿੱਟੀ ਹੈ, ਸਰੀਰ ਕੁਝ ਨਹੀਂ ਹੈ, ਅਤੇ ਸਿਰਫ ਸਰੀਰ ਨੂੰ ਸਾਂਭਣਾ ਹੈ। ਅਤੇ ਸਾਂਭਣ ਦਾ ਤਰੀਕਾ ਕੋਈ ਵੀ ਹੋ ਸਕਦਾ। ਸਾਂਭਣ ਦੇ ਤਰੀਕੇ ਦੇ ਨਾਲ ਮਾਫ਼ ਕਰਿਓ ਕੋਈ ਮੁਕਤੀ ਜਾਂ ਫਿਰ ਕੋਈ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨਗੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜੀ। ਹਾਂਜੀ, ਅੱਗੇ ਚੱਲੀਏ ਜੀ। ਕੋਈ ਸਵਾਲ ਇਸ ਬਾਬਤ ਨਹੀਂ ਜੀ? ਚਲੋ ਅਗਲੀ ਗੱਲ ਪੜ੍ਹਿਓ ਜੀ। ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਹੁਣ ਸਾਡੇ 'ਚ ਇਹ ਵੀ ਭਰਮ ਹੈ ਜੀ। ਕਈ ਵਾਰ ਹੁਣ ਹੌਸਪੀਟਲ ਵਿੱਚ ਡੈਥ ਹੋ ਜਾਂਦੀ ਹੈ ਜੀ, ਉਹ ਬੋਡੀ ਮਿਲਦੇ ਕਾਗਜ਼ੀ ਕਾਰਵਾਈ ਕਰਦੇ ਕਈ ਵਾਰੀ ਸ਼ਾਮਾਂ ਪੈ ਜਾਂਦੀਆਂ। ਜਦੋਂ ਸ਼ਾਮ ਹੋ ਗਈ 5 ਵੱਜ ਗਏ ਜਾਂ 6 ਵੱਜ ਗਏ, ਸੂਰਜ ਢਲਣ ਵਾਲਾ ਹੁੰਦਾ ਅਤੇ ਸਾਡੇ ਕਈ ਵਾਰ ਕਹਿ ਦਿੰਦੇ ਨੇ ਬਜ਼ੁਰਗ ਕਿ ਭਾਈ ਸ਼ਾਮ ਨੂੰ ਸੰਸਕਾਰ ਨਹੀਂ ਕਰਨਾ ਹੈ। ਪਰ ਐਸਾ ਕੋਈ ਵਹਿਮ ਭਰਮ ਨਹੀਂ ਕਰਨਾ। ਜੇ ਰਾਤ ਨੂੰ ਲੋੜ ਪੈ ਜਾਵੇ ਸੰਸਕਾਰ ਕਰਨ ਦੀ, ਰਾਤ ਨੂੰ ਵੀ ਕਰ ਸਕਦੇ ਆ। ਦਿਨੇ ਤਾਂ ਆਪਾਂ ਕਰਦੇ ਹੀ ਹੈ ਜੀ, ਪਰ ਇਹ ਸਾਡੇ ਮਨ 'ਚ ਨਹੀਂ ਹੋਣਾ ਚਾਹੀਦਾ ਕਿ ਰਾਤ ਨੂੰ ਸੰਸਕਾਰ ਕਰਾਂਗੇ ਅਤੇ ਕੀ ਬਣੇਗਾ, ਬੰਦੇ ਨੂੰ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ। ਇੱਦਾਂ ਦੇ ਮਨ ਵਿੱਚ ਕੋਈ ਭੁਲੇਖੇ ਨਹੀਂ ਸਾਡੇ ਹੋਣੇ ਚਾਹੀਦੇ। ਸੰਸਕਾਰ ਕਰਨ ਦਾ ਸਮਾਂ ਕੋਈ ਵੀ ਹੋ ਸਕਦਾ। ਹੁਣ ਨੋਟ ਕਰਿਓ ਸੰਗਤ ਜੀ ਗੱਲ, ਬੱਚੇ ਦਾ ਜਦੋਂ ਜਨਮ ਹੁੰਦਾ ਕਈ ਵਾਰ ਦਿਨੇ ਹੋ ਜਾਂਦਾ ਅਤੇ ਕਈ ਵਾਰ ਰਾਤ ਨੂੰ ਹੁੰਦਾ। ਰੱਬ ਨੇ ਟਾਈਮ ਪਤਾ ਨਹੀਂ ਕਿਹੜੇ ਟਾਈਮ ਬੱਚੇ ਨੂੰ ਦੁਨੀਆ 'ਚ ਭੇਜਣਾ ਹੁੰਦਾ ਨਾ ਜੀ। ਕਈਆਂ ਦਾ ਰਾਤ ਨੂੰ 12 1 ਵਜੇ ਬੱਚਿਆਂ ਦੇ ਜਨਮ ਹੁੰਦੇ ਆ, ਕਈਆਂ ਦੇ ਅੰਮ੍ਰਿਤ ਵੇਲੇ 2 3 ਵਜੇ ਹੁੰਦੇ ਆ ਜੀ। ਜਦੋਂ ਸਾਡੇ ਜਨਮ ਦਾ ਕੋਈ ਟਾਈਮ ਫਿਕਸ ਨਹੀਂ ਹੈ,
कि ਅਸੀਂ ਦੁਨੀਆ ਵਿੱਚ ਆਏ ਆ ਕਿ ਭਾਈ ਸਾਡਾ ਕੋਈ ਟਾਈਮ ਫਿਕਸ ਨਹੀਂ ਹੈ ਕਿਹੜੇ ਟਾਈਮ ਆਉਣਾ ਹੈ। ਫਿਰ ਅਸੀਂ ਇਹ ਭਰਮ ਵਿੱਚ ਕਿਉਂ ਪੈ ਗਏ ਕਿ ਰਾਤ ਨੂੰ ਜੇ ਸੰਸਕਾਰ ਕਰਾਂਗੇ ਪਤਾ ਨਹੀਂ ਕੀ ਹੋ ਜਾਣਾ ਆ। ਰਹਿਤ ਮਰਿਆਦਾ ਦੇ ਮੁਤਾਬਕ ਦਿਨ ਹੋਵੇ ਰਾਤ ਹੋਵੇ ਸਮਾਂ ਕੋਈ ਵੀ ਹੋਵੇ, ਜਦੋਂ ਸਾਨੂੰ ਲੱਗਦਾ ਕਿ ਹੁਣ ਸਾਡੇ ਕੋਲ ਸਮਾਂ ਹੈ ਅਸੀਂ ਪ੍ਰਾਣੀ ਦਾ ਸੰਸਕਾਰ ਕਰ ਸਕਦੇ ਆ। ਦਿਨ ਤੇ ਰਾਤ ਦਾ ਕੋਈ ਭਰਮ ਭੁਲੇਖਾ ਨਹੀਂ ਕਰਨਾ ਆ, ਕੋਈ ਭਰਮ ਭੁਲੇਖਾ ਨਹੀਂ ਕਰਨਾ ਆ। ਅੱਗੇ ਹਾਹਾ ਪੁਆਇੰਟ 5ਵਾਂ ਜੀ ਕਹਿੰਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਹੁਣ ਇੱਥੇ ਵੀ ਨੋਟ ਕਰ ਲਿਓ ਜੀ ਗੱਲ ਕਿ ਪ੍ਰਾਣੀ ਨੂੰ ਨਵੇਂ ਕੱਪੜੇ ਪਾਏ ਜਾਂਦੇ, ਇਸ਼ਨਾਨ ਕਰਾਇਆ ਜਾਂਦਾ ਹੈ। ਇਸ਼ਨਾਨ ਕਰਾਉਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਸ਼ਾਇਦ ਇਹਦੀ ਮੁਕਤੀ ਨਾਲ ਕੋਈ ਲੈਣ ਦੇਣ ਹੈ। ਇਸ਼ਨਾਨ ਕਰਾਉਣ ਦਾ ਮਤਲਬ ਇਹ ਹੈ ਕਿ ਭਾਈ ਇਹ ਜਿਹੜੀ ਬਿਮਾਰੀ ਨਾਲ ਮਰਿਆ, ਕਈ ਵਾਰੀ ਹੁੰਦਾ ਨਾ ਬਿਮਾਰੀ ਨਾਲ ਬੰਦਾ ਮਰ ਗਿਆ, ਅਸੀਂ ਹੁਣ ਇਹਨੂੰ 2-3 ਘੰਟੇ ਬਾਡੀ ਨੂੰ ਰੱਖਣਾ ਆਪਣੇ ਕੋਲ, ਕਿਉਂਕਿ ਰਿਸ਼ਤੇਦਾਰਾਂ ਨੇ ਆਉਣਾ, ਅਸੀਂ ਇਹਦੇ ਕੋਲ ਬਹਿਣਾ, ਤੁਰਨਾ ਫਿਰਨਾ ਆਲੇ ਦੁਆਲੇ, ਇਹਦੀ ਬਾਡੀ ਵਿੱਚੋਂ ਬਦਬੂ ਨਾ ਆਵੇ, ਜਿਹੜੀ ਬਿਮਾਰੀ ਦੇ ਕੀਟਾਣੂ ਹੈ ਉਹ ਵੀ ਕਿਤੇ ਸਾਫ਼ ਹੋ ਜਾਵੇ ਤਾਂ ਕਿ ਸਾਨੂੰ ਕੋਲ ਬੈਠਿਆਂ ਕੋਈ ਦਿੱਕਤ ਨਾ ਹੋਵੇ। ਹੁਣ ਕਈ ਵਾਰੀ ਐਕਸੀਡੈਂਟ ਇਸ ਵੱਡੇ ਪੱਧਰ ਤੋਂ ਹੋਇਆ ਹੁੰਦਾ ਆ ਕਿ ਬੰਦੇ ਦੇ ਸਰੀਰ ਦਾ ਕਹਿ ਲਓ ਕੋਈ ਟੋਟਾ ਹੋਇਆ ਹੁੰਦਾ ਆ, ਡਾਕਟਰ ਉਹਨੂੰ ਇਕੱਠਾ ਕਰਕੇ ਭੇਜ ਦਿੰਦੇ ਆ ਤੇ ਡਾਕਟਰ ਕਹਿੰਦੇ ਕਿ ਜਿੱਦਾਂ ਅਸੀਂ ਇਹਨੂੰ ਬੰਨ੍ਹ ਕੇ ਭੇਜਿਆ ਭਾਈ ਇਹਨੂੰ ਇੱਦਾਂ ਹੀ ਸੰਸਕਾਰ ਕਰ ਦਿਓ, ਇਹਦੀ ਇਹ ਗੱਠ ਵੀ ਖੋਲ੍ਹਿਓ ਨਾ। ਜਦੋਂ ਆਪਾਂ ਬੋਡੀ ਦਾ ਪੋਸਟਮਾਰਟਮ ਕਰਦੇ ਹੁਣ ਸਾਰਾ ਚੀਰਿਆ ਹੁੰਦਾ, ਅੱਖਾਂ ਕੱਢੀਆਂ ਹੁੰਦੀਆਂ, ਛਾਤੀ ਚੀਰੀ ਹੁੰਦੀ ਆ, ਬਹੁਤ ਕੁਛ ਹੁੰਦਾ, ਉਹ ਦੇਖਣ ਦੇ ਲਾਇਕ ਵੀ ਨਹੀਂ ਹੁੰਦਾ। ਹੁਣ ਉੱਥੇ ਤੁਸੀਂ ਜਿੱਦ ਕਰੋ ਜਿਹੜੀ ਸੰਸਕਾਰ ਇਹਦਾ ਇਸ਼ਨਾਨ ਕਰਾਉਣਾ ਆ, ਜੇ ਇਸ਼ਨਾਨ ਨਹੀਂ ਕਰਾਇਆ ਤਾਂ ਪਤਾ ਨਹੀਂ ਕੀ ਹੋ ਜਾਣਾ ਆ। ਕੋਈ ਐਸਾ ਸਾਡੇ ਮਨ ਦੇ ਵਿੱਚ ਭਰਮ ਨਹੀਂ ਹੋਣਾ ਚਾਹੀਦਾ। ਜੇ ਪ੍ਰਾਣੀ ਦਾ ਅਸੀਂ ਕਹਿ ਲਓ ਇਸ਼ਨਾਨ ਕਰਵਾਇਆ ਜਾਂਦਾ, ਉਹ ਇਸ ਗੱਲੋਂ ਕਰਵਾਇਆ ਜਾਂਦਾ ਕਿ ਅਸੀਂ ਇਹਦੇ ਕੋਲ ਘੰਟਾ 2 ਘੰਟੇ ਬੈਠਣਾ ਆ, ਇਹਦੇ ਜਿਹੜੇ ਬਿਮਾਰੀ ਵਾਲੇ ਤੁਸੀਂ ਕਹਿ ਲਓ ਕੀਟਾਣੂ ਆ ਜੇ ਅੰਸ਼ ਹੈ ਉਹ ਸਾਨੂੰ ਨਾ ਪ੍ਰਭਾਵਿਤ ਕਰੇ, ਇਹਦੇ ਵਿੱਚੋਂ ਬਦਬੂ ਨਾ ਆਵੇ, ਇਸ ਕਰਕੇ ਉਹਦਾ ਇਸ਼ਨਾਨ ਕਰਾਇਆ ਜਾਂਦਾ। ਬਿਮਾਰੀ ਵਾਲੇ ਕੱਪੜੇ ਉਤਾਰ ਦਿੱਤੇ ਜਾਂਦੇ ਆ, ਨਵੇਂ ਕੱਪੜੇ ਜਿਹੜੇ ਅਸੀਂ ਲੈ ਕੇ ਆਉਂਦੇ ਸਵਾ ਕੇ ਉਹ ਪਾਏ ਜਾਂਦੇ ਆ। ਸਿਰਫ ਆਪਣੀ ਸੇਫਟੀ ਲਈ ਇਹ ਕੰਮ ਕੀਤਾ ਜਾ ਸਕਦਾ ਆ। ਜੇ ਤੁਸੀਂ ਕਹੋ ਜੀ ਕਿ ਇਹਦੇ ਨਾਲ ਕੋਈ ਸਾਡਾ ਅੱਗੇ ਮੁਕਤੀ ਦਾ ਸੰਬੰਧ ਹੈ, ਮਾਫ ਕਰੋ, ਮੁਕਤੀ ਦਾ ਸਾਡੇ ਇਸ਼ਨਾਨ ਨਾਲ ਜਾਂ ਸਾਡੇ ਸਵੱਛ ਕੱਪੜਿਆਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜੀ। ਅਗਲੀ ਗੱਲ ਕੀ ਕਹੀ ਗਈ ਜੀ, ਕਕਾਰ ਜੁਦਾ ਨਾ ਕੀਤੇ ਜਾਣ। ਹੁਣ ਕਕਾਰ ਜੁਦਾ ਨਾ ਕੀਤੇ ਜਾਣ ਦਾ ਅਰਥ ਆ ਜੇ ਕੋਈ ਅੰਮ੍ਰਿਤਧਾਰੀ ਮਰਿਆ ਸੀ ਕਹਿੰਦੇ 5 ਕਕਾਰ ਇਹਦੇ ਪਾ ਦਿਓ ਭਾਈ, ਜੁਦਾ ਨਾ ਕਰੋ, ਜਿਹੜੇ ਇਹਨੇ ਪਾਏ ਹੋਏ ਸੀਗੇ ਇਹਦੇ ਪਾ ਦਿਓ। ਉਹਦਾ ਕਾਰਨ ਇਹ ਹੈ ਜੀ, ਹੁਣ ਹੁੰਦਾ ਕਈ ਵਾਰ ਇਹ ਇੱਕ ਗੱਲ ਕਹਿ ਦੇਵਾਂ, ਕਿਸੇ ਪਿੰਡ ਵਿੱਚ ਅਸੀਂ ਕਥਾ ਕਰਨ ਗਏ ਸੀ ਅਤੇ ਰਾਤ ਨੂੰ ਉਹਨਾਂ ਨੇ ਸਾਨੂੰ ਸਟੇ ਦੇਤੀ, ਕਹਿੰਦੇ ਭਾਈ ਸਾਹਿਬ ਤੁਸੀਂ ਇੱਥੇ ਸੌਣਾ ਹੈ, ਇਹ ਤੁਹਾਡੇ ਨਾਲ ਵੀ ਹੁੰਦਾ ਹੋਣਾ, ਭਾਈ ਸਾਹਿਬ ਤੁਸੀਂ ਇੱਥੇ ਪੈਣਾ ਜੀ। ਮੈਂ ਕਿਹਾ ਠੀਕ ਹੈ ਭਾਈ ਸਾਹਿਬ ਪੈ ਜਾਵਾਂਗੇ ਜੀ। ਤਾਂ ਸਾਹਮਣੇ ਉਹਨਾਂ ਦੀ ਬਜ਼ੁਰਗ ਦੀ ਫੋਟੋ ਲੱਗੀ ਹੋਈ ਬੀਬੀ ਦੀ ਜੀ, ਜਿਹਦੀ ਡੈਥ ਹੋਈ ਥੋੜ੍ਹੇ ਟਾਈਮ ਪਹਿਲਾਂ ਹੀ। ਉਹਨਾਂ ਨੇ ਗੱਲਾਂ 'ਚ ਸਾਨੂੰ ਬੈਠ ਕੇ ਸਾਡੇ ਕੋਲ ਉਹਨਾਂ ਨੇ ਗੱਲਾਂ 'ਚ ਗੱਲਾਂ ਕਰਨ, ਭਾਈ ਸਾਹਿਬ ਜੀ ਆਹ ਜਿਹੜੇ ਬੈੱਡ ਪਰ ਤੁਸੀਂ ਬੈਠੇ ਹੋ ਨਾ ਇਹ ਸਾਡੀ ਬੀਬੀ ਦਾ ਬੈੱਡ ਹੈ, ਉਹਨੇ ਆਖਰੀ ਸਾਹ ਇਸੇ ਬੈੱਡ 'ਤੇ ਪੂਰੇ ਕੀਤੇ ਆ, ਇੱਥੇ ਉਹਨੇ ਆਪਣਾ ਆਖਰੀ ਸਮਾਂ ਕੱਢਿਆ ਆ, ਇਹ ਬੀਬੀ ਦਾ ਬੈੱਡ ਹੈ ਜੀ, ਉਹ ਕੰਬਲ ਬੀਬੀ ਦਾ ਹੈ ਜੀ, ਆਹ ਜਿਹੜੀ ਚੀਜ਼ ਪਈ ਹੈ ਵੀ ਸਾਡੀ ਬੀਬੀ ਦੀ ਹੈ ਜੀ। ਉਹ ਤਾਂ ਗੱਲਾਂ ਕਰਕੇ ਚਲੇ ਗਏ। ਹੁਣ ਸਾਨੂੰ ਰਾਤ ਨੂੰ ਬੋਲੋ ਜੀ ਨੀਂਦ ਨਾ ਆਵੇ ਕਿ ਜਿਹੜੇ ਬੈੱਡ 'ਤੇ ਮੈਂ ਪਿਆ ਬੈੱਡ ਬੀਬੀ ਦਾ, ਟੈਨਸ਼ਨ ਪੈ ਗਈ ਨਾ ਕਿ ਜਿਹੜਾ ਕੰਬਲ ਹੈ ਮੈਨੂੰ ਦੇ ਰਹੇ ਹੋ ਕੰਬਲ ਵੀ ਬੀਬੀ ਦਾ, ਅਤੇ ਮੈਨੂੰ ਰਾਤ ਨੂੰ ਘਬਰਾਹਟ ਹੋਵੇ। ਕਿਉਂ ਹੋਵੇ ਜੀ? ਕਿਉਂਕਿ ਮੇਰੇ ਦਿਮਾਗ 'ਚ ਹੁਣ ਇਹ ਆ ਗਿਆ ਕਿ ਮਰੇ ਹੋਏ ਪ੍ਰਾਣੀ ਦਾ ਸ਼ਾਇਦ ਮਰਿਆ ਹੋਇਆ ਪ੍ਰਾਣੀ ਅੱਜ ਵੀ ਬੈੱਡ ਦੇ ਵਿੱਚ ਹੈ, ਸ਼ਾਇਦ ਉਹ ਅੱਜ ਵੀ ਕੰਬਲ ਵਿੱਚ ਆ। 5 ਕਕਾਰ ਧਾਰਨ ਕਰਨੇ ਕੋਈ ਇਸ ਗੱਲ ਦਾ ਸਬੂਤ ਨਹੀਂ ਸੀਗਾ ਕਿ 5 ਕਕਾਰ ਉਹਦੀ ਆਤਮਾ ਨਾਲ ਜਾਣਗੇ। 5 ਕਕਾਰ ਦਾ ਮਤਲਬ ਇਹ ਸੀ ਜੇ ਬੀਬੀ ਦੀ ਸ਼੍ਰੀ ਸਾਹਿਬ ਘਰੇ ਪਈ ਰਹੀ, ਅਸੀਂ ਸ਼੍ਰੀ ਸਾਹਿਬ ਨੂੰ ਬੋਲੋ ਜੀ ਹੱਥੇ ਨਹੀਂ ਲਾਉਣਾ, ਡਰੀ ਜਾਣਾ ਕਿ ਬੀਬੀ ਦੀ ਸ਼੍ਰੀ ਸਾਹਿਬ ਸੀਗੀ। ਬੀਬੀ ਦਾ ਕੰਘਾ ਕੋਲ ਪਿਆ ਰਿਹਾ ਜੀ, ਅਸੀਂ ਡਰੀ ਜਾਣਾ ਕਿ ਬੀਬੀ ਦਾ ਕੰਘਾ ਆ। ਹੁਣ ਤੁਸੀਂ ਦੇਖਦੇ ਨਹੀਂ ਜੀ ਜਿੱਦਣ ਬੰਦਾ ਮਰ ਜਾਂਦਾ ਆ, ਜਿਹੜੇ ਕੱਪੜੇ ਬਜ਼ੁਰਗ ਨੇ ਪਾਏ ਹੁੰਦੇ ਜਾਂ ਹੋਰ ਕੱਪੜੇ ਪਾਏ ਹੋਏ ਕੱਪੜੇ ਵੀ ਬਾਹਰ ਰੱਖ ਦਿੰਦੇ ਆ, ਜਿਹੜੇ ਦੂਜੇ ਉਹਦੇ ਕੱਪੜੇ ਅਲਮਾਰੀ ਵਿੱਚ ਪਏ ਜਿਹੜੇ ਉਹਨੇ ਡੇਲੀ ਯੂਜ਼ ਕਰਦੀ ਹੁੰਦੀ ਆ ਉਹ ਵੀ ਅਸੀਂ ਸੋਚਦੇ ਹੁੰਦੇ ਕਿਸੇ ਗਰੀਬ ਮਾਤੜ ਨੂੰ ਦੇ ਦਿਓ, ਅਸੀਂ ਆਪਣੇ ਘਰ ਇਹ ਕੱਪੜੇ ਬੋਲੋ ਜੀ
नहीं रखने। क्यों? क्योंकि साडे दिमाग 'च ये गल आई जानी कि जे बीबी वाला सूट इत्थे पिया रहा अलमारी 'च, शायद बीबी सूट लेन आ ना जावे, तो ये डर करके सानू घबराहट होई जानी, डर होई जाना। तो पंज ककार नाल तां पहनाए जांदे सीगे कि भाई थोड़े मन 'च इदां दा कोई वहम भरम ना पैदा होवे, इदां दा वहम भरम ना होवे। पर यह पंज ककार कोई आत्मा नाल नहीं जाने, पंज ककार चले जान जिहदे सन शरीर दे नाल, उहदे नाल चले जान कि थोनू कोई पिछे पाई डर पै जां तुसीं किसी भुलेखे विच अपना जीवन बतीत ना करिओ। मृतक शरीर नूं इशनान करा के स्वच्छ वस्त्र पाए जान ते ककार जुदा ना कीते जान। फिर तख्ते उत्ते पा के चलाने दा अरदासा सोधिया जावे। फिर उन्होंने तख्ते ते पा के, तख्ता समझ के जिन्हों ने आप चुक के लेके जाना जिहदे पर है ना जी, उहदे पर पा के फिर अरदासा सोधिया जावे कि भाई ये प्राणी फलाना इहदा नाम सी, ये चढ़ाई कर गया, काल चलाना कर गया जी। हुण इन्हां दी देह दा संस्कार करने वास्ते शमशान घाट असीं चाले पाउण लगे हैं जी। अरदासा सोध के चाले पाए जाण जी। फिर अर्थी नूं चुक के शमशान भूमि वल लिजाया जावे, नाल विरागमई शब्दां दा उचारण किया जाए। ये गल बहुत वड्डी है जी, नाल विरागमई शब्दां दा उचारण किया जाए। हुण माफ करो असीं गड्डी ते ले जांदे आ प्राणी नूं जी, तो उधरों फिर अपनी गल्लां मारदे मुड़े आउंदे आ। नहीं तां पुराने समय दे विच जिन्नी मर्जी दूर शमशान घाट होण, मोढे ते चुक के लेके जाना ते नाल वाहिगुरू दा सिमरन जां गुरबाणी दे शब्दां दा ज्ञान गाया जाना नाल दी नाल। मैं फिर बेनती करदा, ये शब्द ये वाहिगुरू दा जाप साडे मन की चढ़दी कला वास्ते सीगा, ना कि प्राणी की कोई आत्मा का लेन देन सीगा। ध्यान दिओ जी। नाल विरागमई शब्दां दा उचारण किया जाए। संस्कार की थां ते पहुँच के चिखा रची जाए, चिखा रची जाए। हुण नोट करियो जी, तुसीं हुण बहुत जो अपने महल्ले च किसी की डैथ हुंदी है जां रिश्तेदार की डैथ हुंदी है ना, असीं शमशान घाट जो जाते हैं ना संगत जी, जो प्राणी नूं उत्थे लटाउंदे जिथे थड़ा बनिया होया, उदों फिर जपजी साहिब का पाठ शुरू कर देंगे। असीं जपजी साहिब का पाठ कोई मर्यादा नहीं है, साडी मर्यादा नहीं है कि असीं उत्थे रख के 5-10 मिनट प्राणी नूं जपजी साहिब का पाठ सुणाउणा। उहदे पिछे एक सियाणिਆਂ ने एक बनाई सीगी खेड कि जिन्ना टाइम चिखा तैयार होंदे उन्ना टाइम तुसीं गुरबाणी पढ़ लो, जे एक दो कोई रिश्तेदार रह गया इन्हें 10-15 मिनट विच वो भी पहुँच जाएगा। हुण कई बंदे सियाणे आ, उन्होंने पता कि जाते चिखा तैयार होंदी है, भाई साहब टाइम आप खराब नहीं करना, उसे जाते सार ही चिखा तो साडा जिहड़ा प्राणी आ उलटा दिओ जाके, आप संस्कार सीधा करना जाके, उन्होंने सीधा संस्कार कर दीदा आ। फिर बड़े लोगों के मन च सवाल उठते, हाए वो जपजी साहिब नहीं पढ़िया, इन्हों ने जपजी साहिब का पाठ ही नहीं किया, पता नहीं भाई हुण की बनेगा। जपजी साहिब का पाठ ये उत्थे सिर्फ असीं तां करन लग पे ताकि भाई इन्ने नूं लकड़ा दी चिखा तैयार हो सके, जां कोई एक दो रिश्तेदार रह गया वो आ सके। असल विच जपजी साहिब उत्थे पढ़ना कोई मर्यादा नहीं है। इत्थे सीधा लिखिया होया जी, नाल विरागमई शब्दां दा उचारण किया जाए, संस्कार की थां पहुँच के चिखा रची जाए, फिर शरीर नूं अग्नि भेंट करन लई अरदासा सोधिया जाए। फिर प्राणी नूं अंगीठे उत्ते रख के पुत्र जा कोई होर संबंधी जा हितू आद अग्नि ला देवे। पुत्र जे पुत्र नहीं है तो उहदी थां ते कोई रिश्तेदार जां कोई होर साख संबंधी प्राणी दी देह नूं अखीर विच अग ला सकता है। जरूरी नहीं कल्ले पुत्र ने अग लाउणी है। मैं इधर नहीं वधूंगा क्योंकि मेरे को अपना विषय बहुत है, मैं समाप्ति करने लगा, कल अद्धा करांगे। पुत्र की मंग बामणवाद ने ही शुरू की हुई है। जिहड़ा पुत्र का एडा रौला पैंदा ना कि घर च एक पुत्र जरूर होवे, घर च एक पुत्र जरूर होवे। क्योंकि पुत्र का अर्थ है पूतर, पूतर कहते उपर एक नदी है जिसका नाम है पू तर। कहते पुत्र वो है जदों प्राणी अपने पिता नूं जां कह लो कि जिहड़ा बंदा मरिया आ, जदों उहदा पुत्र उहनूं अग्न भेंट करेगा तां उहदी आत्मा नूं शांति मिलनी है, नहीं तां उहदी आत्मा नूं शांति
नहीं मिलनी। आ भी एक कारण ब्राह्मणवाद ने खड़ा करता सीगा कि थोड़े घर च पुत्र होना जरूरी है, कि थोड़े घर च पुत्र नहीं होएगा थोड़ी आत्मा नूं शांति नहीं मिलनी। पर इत्थे गल क्लीयर हो गई, जे तां पुत्र है जां कोई होर संबंधी जां हितू आद अग्नि ला देवे, जिन्हां दे घर धीआं आ भाई धीआं ला देवे, जिन्हां दे घर धी पुੱਤ कोई भी नहीं है उत्थे भरा ला सकदा आ, प्यो ला सकदा है, कोई होर भतीजा कोई होर भाई पोता दोता कोई भी अगांह आ, वो कोई भी रिश्तेदार अगांह जाके अग्नि ला सकदा है, जरूरी नहीं कल्ले पुत्र ने ही लाउणी है। ये गुरु पातशाह ने जां रहत मर्यादा ने ब्राह्मण के मूँह ते बहुत वड्डी चपेड़ मारी सीगी कि तू कहना सीगा कि भाई ये पुत्र अग लाएगा शायद तां ही मुक्ति मिलेगी, पर साडी रहत मर्यादा कहनी है जे पुत्र नहीं है तो धीआं भी जे अपने प्यो नूं अपनी माँ नूं जे वो अखीर विच अग ला देण तां भी कोई आत्मा दा अग लाउण वाला प्राणी कौन है, इस नाल आत्मा दा कोई लेन देन नहीं है। अगली गल सुनियो जी, बस लास्ट पंक्ति कहन लगाया, संगत कुछ विथ ते बह के कीर्तन करे जा विरागमई शब्द पढ़े, जद अंगीठा पूरी तरह बल उठे ता कपाल क्रिया आद करना मन मत है, ब्रैकेट च पाया होया, कीर्तन सोहेले का पाठ करके अरदासा सोध के संगत मुड़ आवे। हुण इत्थे मैं कपाल क्रिया जिहड़ी है जां आद करना मन मत है, ਇਹਦੇ ਉੱਤੇ मैं कल बोलूँगा कपाल क्रिया की है। अज सिर्फ गल इत्थे छड्डण लगा कि जदों अग ला दित्ती उदों पूरी अग दा भांबड़ मच गया जी। संगत दूर बैठ के इलाही बाणी दे कीर्तन करे जाप करे, उदों पूरा अंगीठा बल रहा है कि पता कि अग लग चुकी है। सोहेला साहिब दा पाठ करके तो सोहेला साहिब दा पाठ करन तो बाद अरदासा सोध के असी अपने अपने संगतां ने वापस मुड़ना आ। वो कित्थे मुड़ना आ, गुरुद्वारे जाना है कि घर जाना है, ये आप कल विचार करांगे जी। सो 5 पॉइंट संगत जी मैं साझे कीते तुहाडे नाल। एक छोटी जी बेनती मैं करदा कि तुहानूं ये समझ पए जी मैं जो कहे है, क्योंकि आप इत्थे टाइम पास नहीं करना इत्थे, है ना। जे नहीं कुछ पल्ले पिया कुछ रह गया कि आ चीज़ भाई साहब मैनूं समझ नहीं पई, तुसीं मेरे नाल बात तो दस सकते हो मैनूं, आपां फिर उस विषय के उत्ते फिर बोल सकते हैं। सो कोशिश करियो कल भी अपने 4-5 पॉइंट इहदे विचों रहिंदे आ, सो कल भी तुसीं जे रहत मर्यादा तुहाडे कोल है तो जरूर तुसीं लेके आयो। संगत जी 32 पेजां दी रहत मर्यादा साडे जीवन घाट घड़न विच बहुत महत्वपूर्ण है। सो कोशिश करो कि टाइम कढ़ के ये तुसीं रहत मर्यादा जरूर पढ़ो। बड़ियां कुर्बानियां इस रहत मर्यादा के पिछे आ ते बड़ी जद्दोजहद दे नाल इस रहत मर्यादा नूं तैयार करके लागू किया गया आ। सो अफसोस किते ना किते हुंदा आ जदों रहत मर्यादा दे उल्ट साडे ही सिख जदों मन मत्ता करते फिरदे आ, उदों मन नूं बड़ा दुख लगता है कि असीं रहत मर्यादा के खिलाफ चलते हैं। सो गुरु मालिक दाता किरपा करे जी, जिन्नी क सतगुर ने समत बख्शी है जी उहदे मुताबिक गल कीती। कल कपाल क्रिया जां होर बड़े मन मत कल हजे बचे हुए आपां कल गल करांगे जी। गुरु मालिक मिरामत करन, बुलाओ फतेह आखो जी। वाहिगुरू जी का खालसा वाहिगुरू जी की फतेह। सलोक पवन गुरु पाणी पिता माता तरत महत